ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲ ਵਿੱਚ ਸ੍ਰੀ ਪਾਵਨ ਲਹਿਣਾ ਜੀ ਵੀ ਧੁਰੋਂ ਆਏ ਸਨ। ਆਪ ਵੀ ਗੁਰੂ ਜੋਤੀ ਹੀ ਸਨ, ਪਰ ਉਹਨਾਂ ਨੂੰ ਵਾਹਿਗੁਰੂ ਨੇ ਜਾਣ ਕੇ ਇਸ ਰੰਗ ਵਿੱਚ ਰੱਖਿਆ ਹੋਇਆ ਸੀ ਕਿ ਸਿੱਖੀ ਦਾ ਆਦਰਸ਼ ਦਿਖਾਉਣ। ਜੇਕੂ ਗੁਰੂ ਦਾ ਪੂਰਨ ਆਦਰਸ਼ ਗੁਰੂ ਨਾਨਕ ਨੇ ਦਿਖਾਉਣਾ ਸੀ, ਤਿਵੇਂ ਸਿੱਖਾਂ ਦੀ ਕਲਿਆਣ ਲਈ ਸਿੱਖੀ ਦਾ ਪੂਰਾ ਆਦਰਸ਼ ਲਹਿਣਾ ਜੀ ਨੇ ਦਿਖਾਉਣਾ ਸੀ। ਇਸ ਲਈ ਲਹਿਣਾ ਜੀ ਉਸ ਦਸ਼ਾ ਵਿੱਚ ਰੱਖੇ ਗਏ ਸੀ ਜਿਸ ਵਿੱਚੋਂ ਉਹ ਸੁੱਤੇ ਸਿੱਧ ਸਿੱਖੀ ਵੱਲ ਆਉਣ, ਸਿੱਖੀ ਕਮਾਉਣ ਤੇ ਸਿੱਖੀ ਦਾ ਚਾਨਣ ਮੁਨਾਰਾ ਬਣਨ। ਇਸ ਲਈ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੇ ਉਹਨਾਂ ਦੇ ਚਰਨੀ ਲੱਗ ਕੇ ਉਹਨਾਂ ਨੂੰ ਇਉਂ ਰਸ ਆ ਰਿਹਾ ਸੀ ਕਿ ਜੀਕੂ ਆਪੇ ਨੂੰ ਆਪਾ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਅਨੁਸਾਰ ਜੋਤ ਓਹਾ ਜੁਗਤ ਸਾਏ ਹੋਣ ਕਰਕੇ ਉਹ ਮਿਲੇ ਤਾਂ ਆਪ ਨੂੰ ਹੀ ਰਹੇ ਹਨ। ਪਰ ਇਸ ਵੇਲੇ ਸਿੱਖ ਭਾਵਨਾ ਵਿੱਚ ਤ੍ਰਿਬੁੱਧ ਗੁਰ ਰਸ ਵਿੱਚ ਲੀਨ ਹੋ ਰਹੇ ਸਨ। ਜਦੋਂ ਚਿਰ ਪਿੱਛੋਂ ਸਿਰ ਚਾਇਆ ਤੇ ਸਤਿਗੁਰੂ ਦੇ ਚਿਹਰੇ ਵੱਲ ਗੌਂ ਕਰ ਤੱਕਿਆ ਤਾਂ ਹੋਕਾ ਖਾ ਕੇ ਤਰਬਕ ਉੱਠੇ ਕਿ ਹੈ ਇਹ ਤਾਂ ਉਹੀ ਨੂਰ ਦਾ ਫੁਹਾਰਾ ਹੈ ਜੋ ਗਲੀ ਵਿੱਚੋਂ ਘਰ ਤਾਈਂ ਮੈਨੂੰ ਨਾਲ ਲਿਆਇਆ ਸੀ। ਆਪ ਟੁਰਦਾ ਆਇਆ ਹੈ ਤੇ ਮੈਂ ਘੋੜੀ ਤੇ ਚੜਿਆ ਨਾਲ ਆਇਆ ਹਾਂ। ਆਪ ਨੇ ਆਪਣੀ ਬੇਦਬੀ ਦਾ ਹੋਕਾ ਖਾਧਾ, ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਿਲ ਦੀ ਜਾਣ ਕੇ ਦਿਲਾਸਾ ਦਿੱਤਾ, ਸਿਰ ਚਾਇਆ ਤੇ ਸੁੱਖ ਸਾਂਦ ਪੁੱਛੀ। ਪਿੰਡ ਘਰ ਬਾਹਰ ਦਾ ਪਤਾ ਤੇ ਅੰਤ ਨਾਮ ਪੁੱਛਿਆ। ਜਦ ਲਹਿਣਾ ਜੀ ਨੇ ਆਪਣਾ ਨਾਮ ਦੱਸਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ, ਆ ਭਾਈ ਲਹਿਣਾ, ਤੂੰ ਲੈਣਾ ਤੇ ਅਸਾਂ ਤੇਰਾ ਦੇਣਾ। ਜੈਸਾ ਨਾਨਕ ਪ੍ਰਕਾਸ਼ ਵਿੱਚ ਲਿਖਿਆ ਹੈ, ਸ੍ਰੀ ਗੁਰੂ ਕਹਿ ਲਹਿਣੇ ਤੈ ਲਹਿਣਾ, ਸੁਨ ਪੁਰਖਾ ਹਮ ਨੇਹ ਦੇਣਾ। ਗੱਲ ਕੀ ਸ੍ਰੀ ਲਹਿਣਾ ਜੀ ਤਾਂ ਐਸੇ ਮੋਹਿਤ ਹੋਏ ਕਿ ਉੱਥੋਂ ਉੱਠਣਾ ਭੁੱਲ ਗਏ। ਸੰਗ ਕਾਲਾ ਸੀ ਟੁਰਨੇ ਨੂੰ, ਸੋ ਆਪ ਉਹਨਾਂ ਨੂੰ ਕਹਿਣ ਲੱਗੇ ਕਿ ਮੈਂ ਹੁਣ ਇੱਥੇ ਹੀ ਟਿਕ ਗਿਆ ਹਾਂ। ਤੁਸੀਂ ਜੇ ਚਿੱਤ ਜਾਣ ਨੂੰ ਕਰਦਾ ਹੈ ਤਾਂ ਜਾਓ, ਆਪਣੀ ਯਾਤਰਾ ਪੂਰੀ ਕਰੋ, ਜੇ ਨਹੀਂ ਕਰਦਾ ਤਾਂ ਰਹਿ ਜਾਓ। ਪਰ ਜੇ ਜਾਓ ਤਾਂ ਮੁੜਦੇ ਹੋਏ ਫਿਰ ਇੱਥੇ ਆਓ, ਸਤਿਗੁਰੂ ਦੇ ਦਰਸ਼ਨ ਪਾਓ। ਜਿਸ ਜਿਸ ਦੀ ਦਿਲ ਦੀ ਕਿੰਗਰੀ ਅਟਕ ਖਾਵੇ, ਇਸ ਜੋਤ ਦੇ ਭੋਰੇ ਹੋ ਜਾਓ। ਜਿਸ ਦੀ ਅਟਕ ਨਾ ਖਾਵੇ, ਮਨ ਮੰਨੀ ਲਾਟ ਦੇ ਉਦਾਲੇ ਹੋਰ ਪਵੋ। ਜਦੋਂ ਇਸ ਲਾਟ ਦੀ ਲੱਟ ਜਾਗੇ, ਉਦੋਂ ਇਸ ਦੇ ਪਤੰਗੇ ਹੋ ਜਾਓ। ਕੁਝ ਦਿਨਾਂ ਪਿੱਛੋਂ ਸਤਿਗੁਰੂ ਜੀ ਨੇ ਸ੍ਰੀ ਲਹਿਣਾ ਜੀ ਨੂੰ ਘਰ ਜਾਣੇ ਦੀ ਆਗਿਆ ਕੀਤੀ। ਪ੍ਰੇਮ ਖਿੱਚ ਵਿੱਚ ਪਰੋਤੇ ਆਪ ਖਡੂਰ ਪਹੁੰਚੇ। ਲੋਕ ਅਚੰਭਾ ਹੋਏ। ਦੰਦ ਕਥਾ ਛਿੜੀ ਜੈਸੀ ਸਦਾ ਛਿੜਿਆ ਕਰਦੀ ਹੈ, ਪਰ ਪ੍ਰੇਮ ਮਗਨਾਰਾਂ ਨੂੰ ਕੀ ਪਰਵਾਹ। ਘਰ ਪਹੁੰਚੇ, ਪਰ ਹਾਂ ਹੁਣ ਘਰ ਕੌਣ ਰਹੇ। ਇੱਕ ਇੱਕ ਰਾਤ 5 ਪਹਾੜਾਂ ਦੀ ਹੋ ਬੀਤੇ। ਕਰਤਾਰਪੁਰ ਵੱਲ ਖਿੱਚ ਦੀ ਕਟਕ ਦੀ ਤੜਫਣੀ ਲੱਗ ਰਹੀ ਹੈ। ਥੋੜੇ ਹੀ ਚਿਰ ਬਾਅਦ ਲੂਣ ਦੀ ਇੱਕ ਪੰਡ ਸਿਰ ਤੇ ਚਾਈ ਤੇ ਕਰਤਾਰਪੁਰ ਨੂੰ ਪੈਰੀ ਤੁਰ ਪਏ। ਲਹਿਣਾ ਜੀ ਅਸਲ ਵਿੱਚ ਫਿਰੋਜ਼ਪੁਰ ਦੇ ਇਲਾਕੇ ਮੱਤੇ ਦੀ ਸਰਾਈ ਦੇ ਰਹਿਣ ਵਾਲੇ ਬੜੇ ਰੱਜੇ ਖੱਤਰੀ ਖਾਨਦਾਨ ਦੇ ਪੁੱਤਰ ਸੀ ਤੇ ਖਡੂਰ ਦੇ ਲਾਗੇ ਸੰਗਰ ਪਿੰਡ ਵਿੱਚ ਇੱਕ ਭਾਰੇ ਸ਼ਾਹਾਂ ਦੇ ਘਰ ਵਿਆਹੇ ਹੋਏ ਸੀ। ਮੱਤੇ ਦੀ ਸਰਾਂ ਜਦ ਤੋਂ ਬਾਬਰਵਾਣੀ ਫਿਰੀ ਤੇ ਪਚਾਦੇ ਬਲੋਚਾਂ ਆਦਿ ਲੁਟੇਰਿਆਂ ਨੇ ਲੁੱਟੀ ਤੇ ਢਹਿ ਢੇਰੀ ਕਰ ਦਿੱਤੀ ਸੀ, ਉਸ ਤੋਂ ਪਹਿਲਾਂ ਹੀ ਆਪ ਸੰਗਰ ਆ ਰਹੇ ਸੀ। ਤਦ ਤੋਂ ਆਪ ਖਡੂਰ ਆ ਰਹੇ ਸੀ। ਦੂਹੀ ਵਲੀ ਸੁਖੀ ਹੋਣ ਕਰਕੇ ਸੁੱਤੇ ਹੀ ਰੇਸ਼ਮ ਹੰਡਾਉਂਦੇ ਤੇ ਸੁਖੀ ਜੀਵਨ ਰਹਿੰਦੇ ਸੀ। ਅੱਜ ਪਹਿਲਾ ਦਿਨ ਸੀ ਕਿ ਇਸ ਪ੍ਰੇਮ ਨੇ ਲੂਣ ਦੀ ਪੰਡ ਸਿਰ ਤੇ ਚੁਆਈ ਤੇ ਪੈਦਲ ਲੈ ਚਲਿਆ। ਸਾਕ ਅੰਗ ਮਨਾ ਕਰ ਰਹੇ ਸਨ, ਕਹਿ ਰਹੇ ਸਨ ਕਿ ਨੌਕਰ ਜਾਂ ਘੋੜੀ ਲੈ ਜਾਓ, ਪਰ ਆਪ ਇੱਕ ਨਹੀਂ ਸੁਣਦੇ। ਸੱਚੇ ਸਤਿਗੁਰੂ ਦਾ ਪਿਆਰ ਧੂਈ ਲੈ ਜਾਂਦਾ ਹੈ। ਅਮੀਰੀ ਗਰੀਬੀ ਦਾ ਪ੍ਰੇਮ ਵਿੱਚ ਕਿਸ ਨੂੰ ਚੇਤਾ ਹੈ। ਸਨੇ ਸਨੇ ਕਰਤਾਰਪੁਰ ਪਹੁੰਚੇ। ਘਰ ਗਏ। ਮਾਤਾ ਜੀ ਨੇ ਪ੍ਰੇਮ ਦੀ ਸੂਰਤ ਨੂੰ ਵੇਖ ਕੇ ਛੇਤੀ ਨਾਲ ਪੰਡ ਉਤਰਵਾਈ। ਮੂੜਾ ਪੱਖਾ ਦਿੱਤਾ, ਆਦਰ ਨਾਲ ਬਿਠਾਇਆ। ਅੱਗੇ ਸ੍ਰੀ ਗੁਰੂ ਜੀ ਖੇਤੀ ਕਾਰਨ ਖੇਤਾਂ ਵਿੱਚ ਗਏ ਹੋਏ ਸੀ। ਲਹਿਣਾ ਜੀ ਤੋਂ ਬੈਠਾ ਕੀਕੂ ਜਾਵੇ। ਸ੍ਰੀ ਗੁਰੂ ਜੀ ਦਾ ਪਤਾ ਪੁੱਛ ਕੇ ਝੱਟ ਖੇਤਾਂ ਨੂੰ ਉੱਠ ਤੁਰੇ। ਖੇਤਾਂ ਵਿੱਚ ਜਾ ਜੋਤ ਨਿਰੰਜਨੀ ਦੇ ਦਰਸ਼ਨ ਪਾਏ। ਪਰਮ ਪ੍ਰੇਮ ਕਰੀਕੇ ਤਤਕਾਲਾ, ਪਰਿਓ ਪਾਏ ਪੰਕਜ ਤਰ ਭਾਲਾ। ਇਸ ਨਮਸਕਾਰ ਵਿੱਚ ਲਿਖਦੇ ਹਨ ਕਿ ਲਹਿਣਾ ਜੀ ਨੇ ਆਪਣਾ ਸਭ ਕੁਝ ਗੁਰੂ ਨਾਨਕ ਨੂੰ ਅਰਪ ਦਿੱਤਾ। ਜੋ ਆਪਣੋ ਤਨ ਮਨ ਹੋਤੋ ਅਰਪਨ ਗੁਰ ਆਗੇ, ਸਰਬਸ ਤਜ ਕੀਨੋ ਤਬੈ ਚਰਨਨ ਅਨੁਰਾਗੇ। ਇਸ ਵੇਲੇ ਸੇਵਕ ਖੇਤਾਂ ਵਿੱਚ ਧਾਨਾਂ ਦਾ ਨਦੀਨਾ ਕਰ ਰਹੇ ਸਨ, ਅਰਥਾਤ ਘਾਹ ਬੂਟੀ ਕੱਢ ਰਹੇ ਸਨ। ਲਹਿਣਾ ਜੀ ਵੀ ਨਦੀਨਾ ਕਰਨ ਲੱਗ ਪਈ। ਆਪ ਨੇ ਇਹ ਕੰਮ ਕਦੇ ਕੀਤਾ ਨਹੀਂ ਸੀ। ਧਾਨ ਵੀ ਨਾਲ ਪੁੱਟੀ ਜਾਣ। ਗੁਰੂ ਜੀ ਦੇਖ ਕੇ ਬੋਲੇ, ਪੁਰਖਾ ਇਹ ਕੰਮ ਤੇਰੇ ਕਰਨ ਦਾ ਨਹੀਂ, ਤੂੰ ਲਾਉਣੇ ਹਨ, ਪੁੱਟਣੇ ਨਹੀਂ। ਇਹ ਛੋੜ ਦੇ ਤੇ ਘਾਹ ਬੂਟ ਜੋ ਇਕੱਠਾ ਹੋ ਗਿਆ ਹੈ ਭਾਰ ਬੰਨ ਤੇ ਘਰ ਲੈ ਜਾਓ ਤੇ ਡੰਗਰਾਂ ਨੂੰ ਪਾ ਦਿਓ। ਆਗਿਆ ਪਾ ਕੇ ਲਹਿਣਾ ਜੀ ਨੇ ਤੁਰੰਤ ਪਾਣੀ ਦਾ ਭਿੱਜਾ ਚਿੱਕੜ ਚੌਂਦਾ ਘਾਹ ਬੂਟ ਪੰਡ ਬੰਨ ਕੇ ਸਿਰ ਧਰ ਲਿਆ ਤੇ ਘਰ ਨੂੰ ਟੁਰ ਪਏ।
ਚਿੱਕੜ ਦੀਆਂ ਛਿੱਟਾਂ ਡਿੱਗਣ ਨਾਲ ਰੇਸ਼ਮੀ ਜਾਮਾ ਸਾਰਾ ਥਾਂ ਥਾਂ ਤੋਂ ਭਿੱਜ ਗਿਆ। ਯਥਾ ਜਾਮਾ ਗਲਬੋ ਮੋਲਾ ਪਹਿਰਿਓ, ਪੰਕ ਸੰਗ ਸੰਗਰੋਥ ਹੈ ਭਰਿਓ। ਇਹ ਕੌਤਕ ਮਾਦਾ ਜੀ ਦੇਖ ਰਹੇ ਸੀ। ਹੈਰਾਨ ਹੋਏ ਕਿ ਇੱਕ ਤਾਂ ਲੂਣ ਦਾ ਭਾਰ ਚੁੱਕੀ ਐਡੀ ਦੂਰੋਂ ਆਇਆ, ਦੂਜੀ ਵੇਰ ਫਿਰ ਇਤਨਾ ਭਾਰ ਚਾ ਕੇ ਖੇਤਾਂ ਤੋਂ ਆਇਆ, ਫਿਰ ਇਸ ਦੇ ਗਲ ਕੀਮਤੀ ਕੱਪੜੇ ਚਿੱਕੜ ਨਾਲ ਲਿਬੜ ਗਏ ਹਨ। ਤਾਂ ਮਾਤਾ ਜੀ ਨੇ ਦਰਦ ਨਾਲ ਗੁਰੂ ਜੀ ਨੂੰ ਆਖਿਆ ਕਿ ਇਸ ਭਲੇ ਪੁਰਖ ਨੇ ਕਿੰਨੀ ਭਾਰੀ ਪੰਡ 2 ਵੇਰ ਚਾਈ ਹੈ ਤੇ ਹੁਣ ਤਾਂ ਇਸ ਦੇ ਅਮੋਲਕ ਬਸਤਰ ਵੀ ਚਿਕੜਾਲੇ ਹੋ ਗਏ ਹਨ। ਤਦ ਗੁਣਾ ਦੇ ਕਦਰਦਾਨ ਗੁਰੂ ਨਾਨਕ ਮੁਸਕਰਾਏ ਤੇ ਬੋਲੇ, ਭੋਲੀਏ 2 ਪੰਡਾਂ ਦਾ ਭਾਰ ਤਾਂ ਇਸ ਨਹੀਂ ਸੀ ਚਾਇਆ, ਉਹ ਤਾਂ 2 ਜਗਤਾਂ ਦਾ ਭਾਰ ਇਸ ਦੇ ਸਿਰ ਤੇ ਸੀ। ਨਦੀਣਾ ਦਾ ਘਾਹ ਤਾਂ ਇਸ ਦੇ ਸਿਰ ਤੇ ਨਹੀਂ ਸੀ, ਉਹ ਤਾਂ ਦੀਨ ਦੁਨੀ ਦਾ ਛੱਤਰ ਝੁਲਦਾ ਸੀ। ਜਾਮੇ ਉੱਤੇ ਚਿੱਕੜ ਤਾਂ ਨਹੀਂ ਪਿਆ, ਉਹ ਤਾਂ ਕੇਸਰ ਦੇ ਛੱਟੇ ਪਏ ਹਨ। ਇਹ ਮੇਰਾ ਰਾਜ ਜੋਗ ਦਾ ਧਨੀ ਹੈ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹੇ। ਆਪਸ ਕੋ ਕਰ ਕਛ ਨ ਜਨਾਵੈ, ਹਰ ਹਰ ਨਾਮ ਹਿਰਦੇ ਸਦ ਧਿਆਵੈ। ਮਨ बेचे सतगुर के पास, तिस सेवक के कारज रास। सेवा करत होए नेह कामी, तिसको होत प्रापत स्वामी। ਦੁਨੀਆ ਹੁਸ਼ਿਆਰ ਤੇ ਅਕਲਮੰਦ ਹੈ, ਇਸ ਕਰਕੇ ਆਪਣੀ ਮਨੀ ਦਰੁਸਤੀ ਤੇ ਚਲਦੀ ਹੈ। ਪ੍ਰੇਮ ਦੀਵਾਨਾ ਤੇ ਮਸਤਾਨਾ ਜਾਪਦਾ ਹੈ ਅਸਲ ਹੁਸ਼ਿਆਰ ਪ੍ਰੇਮ। ਪਰ ਦੁਨੀਆ ਦੇ ਨਜ਼ਰੇ ਪ੍ਰੇਮ ਬੌਲਾ ਹੈ ਤੇ ਸਾਡੇ ਸਤਿਗੁਰਾਂ ਵੀ ਫਰਮਾਇਆ ਹੈ, ਭਗਤਾ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਦੇਖੋ ਗੁਰੂ ਨਾਨਕ ਪੂਰਨ ਗੁਰੂ ਜਗਤ ਲਈ ਪ੍ਰੇਮ ਲੈ ਕੇ ਆਇਆ। ਲੋਕਾਂ ਦੀਵਾਨਾ ਬੇਤਾਲਾ ਕੁਰਾਈਆ ਨਾਉ ਧਰੇ, ਪੂਰਨ ਗੁਰ ਅਵਤਾਰ ਨਾ ਪਛਾਤਾ। ਪਿਆਰ ਕਰਨ ਦੀ ਥਾਂ ਤਿਰਸਕਾਰ ਕੀਤਾ। ਕਿਉਂ ਤਿਰਸਕਾਰ ਕੀਤਾ? ਪ੍ਰੇਮ ਰੰਗ ਅਨੋਖਾ ਹੁੰਦਾ ਹੈ, ਦੁਨੀਆ ਡਿੱਠਾ ਨਹੀਂ ਹੁੰਦਾ, ਉਹ ਉਸ ਨੂੰ ਓਪਰਾ ਜਾਣ ਕੇ ਤਿਰਸਕਾਰਦੇ ਹਨ। ਭਲਾ ਸਾਡੀ ਅੱਜ ਵਾਲੀ ਕਥਾ ਵਿੱਚ ਹੀ ਦੇਖੋ, ਲੈਣਾ ਜੀ ਭਲੇ ਘਰ ਜੰਮੇ, ਭਲੇ ਘਰ ਵਿਆਹੇ, ਸੁੱਖਾਂ ਨਾਲ ਭਰੇ, ਨੌਕਰਾਂ ਤੇ ਹੁਕਮ ਹਾਸਲ ਵਾਲੇ। ਰੇਸ਼ਮ ਸੋਨਾ ਦੇ ਕੇ ਗੁਰੂ ਨਾਨਕ ਨੂੰ ਨਹੀਂ ਰਿਝਾਉਂਦੇ, ਪਰ ਨਿਮਾਣੇ ਹੋ ਕੇ ਕੋਹਾਂ ਬੱਦੀ ਲੂਣ ਦੀ ਪੰਡ ਜਾ ਕੇ ਆਉਂਦੇ ਹਨ। ਨਦੀਣੇ ਕਰਦੇ ਹਨ, ਚਿਕੜਾਂ ਭਰੀਆਂ ਪੰਡਾਂ ਢੋਂਦੇ ਹਨ, ਚਰਨ ਪਖਾਲਦੇ ਹਨ, ਕੱਪੜੇ ਧੋਂਦੇ ਹਨ। ਹਾਂ, ਉਹ ਕਿਹੜੀ ਸੇਵਾ ਹੈ ਜੋ ਆਪਣੇ ਪ੍ਰੀਤਮ ਜੀ ਦੀ ਨਹੀਂ ਕਰਦੇ? ਪਰ ਇਹ ਕੌਣ ਕਰਾ ਰਿਹਾ ਹੈ? ਹਿਰਦੇ ਵਿੱਚੋਂ ਉਮਗਿਆ ਪ੍ਰੇਮ। ਉਹਨਾਂ ਦੇ ਅੰਦਰ ਨੀਵੇਂ ਕਾਮੇ ਵਾਲੀ ਢੱਠੀ ਹੋਈ ਸੂਰਤ ਇਹ ਕੰਮ ਨਹੀਂ ਕਰਾ ਰਹੀ। ਮਜ਼ਦੂਰ ਦੀ ਉਦਾਸ ਚਿੱਤ ਬ੍ਰਿਤੀ ਵਾਂਗੂ ਇਹ ਟਹਿਲ ਨਹੀਂ ਹੋ ਰਹੀ। ਇਹ ਉਤਸ਼ਾਹ ਪਿਆਰ ਦੇ ਰਸ ਭਰੇ ਕੰਮ ਹਨ। ਇਹ ਉਹ ਸੇਵਾ ਨਹੀਂ ਜਿਸ ਨੂੰ ਬੇਖਬਰ ਤੇ ਨਾ ਮਹਿਰਮ ਮਿਨੀਅਲ ਸਰਵਿਸ ਨੀਵੀਂ ਸੇਵਾ ਆਖ ਦਿੰਦੇ ਹਨ। ਉਹ ਕੀ ਜਾਣਨ ਕਿ ਇਹ ਸੇਵਾ ਸੀ ਜਾਂ ਪਾਤਸ਼ਾਹੀ ਤੋਂ ਵਧੇਕ ਉੱਚਾ ਦਿਲ ਕਰਨ ਵਾਲੀ ਸ਼ਹਿਨਸ਼ਾਹੀ ਸੀ। ਪਾਤਸ਼ਾਹ ਤਖਤ ਤੇ ਦਿਲਗੀਰ ਹੈ, ਪਰ ਲੈਣਾ ਜੀ ਗੁਰੂ ਨਾਨਕ ਦੀ ਸੇਵਾ ਵਿੱਚ ਇਕਾਗਰ ਚਿੱਤ ਹਨ, ਰਸਲੀਨ ਹਨ, ਲਿਵਧਾਰੀ ਹਨ, ਉੱਚੇ ਹਨ, ਉਤਸ਼ਾਹ ਭਰੇ ਹਨ, ਚੜ੍ਹਦੀਆਂ ਕਲਾਂ ਵਿੱਚ ਹਨ। ਦੁਨੀਆ ਨਹੀਂ ਸਮਝ ਸਕਦੀ, ਦੁਨੀਆ ਹੁਸ਼ਿਆਰ ਹੈ। ਆਖਦੀ ਹੈ, ਦੇਖੋ ਲੈਣੇ ਨੂੰ ਕੀ ਹੋ ਗਿਆ ਹੈ, ਘਰ-ਬਾਰ ਛੱਡ ਕੇ ਨਾਨਕ ਤਪੇ ਦੇ ਦੁਆਰੇ ਜਾ ਕੇ ਸੇਵਾ ਕਰ ਰਿਹਾ ਹੈ। ਪਰੇ ਲਾ ਕੇ ਲੋਕੀ ਬੈਠਦੇ ਹਨ ਤੇ ਸਾਰੀ ਅਕਲ ਦੌੜਾਉਂਦੇ ਹਨ। ਲੈਣਾ ਜੀ ਦੇ ਦਿਲ ਦੀ ਗਤੀ ਨੂੰ ਕੌਣ ਜਾਣ ਸਕੇ? ਅਕਲ ਅੰਤ ਉਹਨਾਂ ਨੂੰ ਇੱਥੇ ਹੀ ਲੈ ਜਾਂਦੀ ਹੈ ਕਿ ਲੈਣਾ ਜੀ ਦੇ ਮਗਜ ਵਿੱਚ ਕੋਈ ਫਰਕ ਹੋ ਗਿਆ ਹੈ, ਜੋ ਪਰਮੇਸ਼ਰ ਦੇ ਦਿੱਤੇ ਸੁੱਖ ਆਰਾਮ, ਦੇਵੀ ਦੇ ਸੰਗ ਦੀ ਅਗਵਾਨੀ ਤੇ ਆਪਣੇ ਪਰਾਏ ਨੂੰ ਤਿਆਗ ਕੇ ਇੱਕ ਤਪੇ ਦੇ ਬੂਹੇ ਜਾ ਬੈਠੇ ਹਨ। ਹਾਂ, ਕਈ ਵਧੀਕ ਦਾਨੇ ਹਨ, ਉਹ ਸਮਝਦੇ ਹੋਣਗੇ ਕਿ ਨਾਨਕ ਤਪਾ ਚੇਟਕੀ ਹੈ, ਲੈਣੇ ਦੇ ਸਿਰ ਕੁਝ ਧੂੜ ਲਿਆ, ਤੇ ਨਿਕਟਵਰਤੀ ਕਈ ਸੋਚਦੇ ਹੋਣਗੇ ਕਿ ਲੈਣਾ ਕਿਸੇ ਲੋਭ ਪਿੱਛੇ ਇਹ ਕੁਝ ਕਰ ਰਿਹਾ ਹੈ। ਸ਼ਾਬਾਸ਼ ਹੁਸ਼ਿਆਰ ਦੁਨੀਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਦੇ ਕਿਹਾ ਹੈ, ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਅਤ ਹੋਰੇ ਭਾਈ। ਅਰਥਾਤ ਦੁਨੀਆ ਆਪਣੇ ਭਾਣੇ ਜਾਗਦੀ ਹੈ, ਹੁਸ਼ਿਆਰ ਹੈ, ਪਰ ਸੱਚ ਇਹ ਹੈ ਕਿ ਜਾਗਦੀ ਲੁਟੀਜ ਰਹੀ ਹੈ। ਅਮੋਲਕ ਸਮਾਂ ਜਾਇਆ ਜਾ ਰਿਹਾ ਹੈ। ਪਰਮੇਸ਼ਰ ਦੇ ਪ੍ਰੇਮ ਦੀ ਖੇਪ ਨਹੀਂ ਲੱਦੀ ਜਾ ਰਹੀ, ਨੇਕੀ ਨਹੀਂ ਕੀਤੀ ਜਾ ਰਹੀ। ਉਸਤਤ ਨਿੰਦਾ ਵਿੱਚ ਇਹ ਲੱਖਾਂ ਤੋਂ ਅਮੋਲਕ ਉਮਰਾਂ ਵਿਹਾਰ ਰਹੀ ਹੈ। ਜੈਸੇ ਕਿ ਕਵੀ ਜੀ ਨੇ ਸ੍ਰੀ ਕਲਗੀਧਰ ਜੀ ਦੇ ਹਜ਼ੂਰ ਲੱਖੀ ਜੰਗਲ ਉਚਾਰ ਕੀਤਾ ਸੀ, ਉਸਤਤ ਨਿੰਦਾ ਕਰ ਕਰ ਬੀਤੀ ਬੇਈਮਾਨ ਲੁਕਾਈ। ਦੁਨੀਆ ਦਾ ਤੇ ਭਗਤਾਂ ਦਾ ਜੋੜ ਇਸੇ ਕਰਕੇ ਨਹੀਂ ਹੁੰਦੀਆਂ। ਦੁਨੀਆ ਅਕਲਮੰਦ ਹੈ, ਪਰ ਖੁਦਗਰਜ਼ੀ ਲਈ ਆਪਣੇ ਹੋਂ ਤੋਂ ਅਗੇਰੇ ਤੱਕ ਨਹੀਂ ਸਕਦੀ। ਇਸ ਕਰਕੇ ਹਰ ਭਲੀ ਗੱਲ ਨਾਲ ਪੁੱਠੀ ਹੋ ਟੁਰਦੀ ਹੈ। ਗੁਰੂ ਬਾਬੇ ਨੇ ਸੰਸਾਰ ਦੀ ਇਹ ਰੀਤੀ ਵੇਖ ਕੇ ਹੀ ਕਿਹਾ ਹੈ, ਨਾਨਕ ਦੁਨੀਆ ਕੈਸੀ ਹੋਈ, ਸਾਲਕ ਮਿੱਤ ਨਾ ਰਹਿਓ ਕੋਈ। ਭਾਈ ਬੰਦੀ ਹੇਤ ਝੁਕਾਇਆ, ਦੁਨੀਆ ਕਾਰਨ ਦੀਨ ਗਵਾਇਆ। ਦੁਨੀਆ ਦੀ ਇਸੇ ਅੰਤ ਦਸ਼ਾ ਕਰਕੇ ਭਗਤਾਂ ਦੇ ਵੀ ਨਿੰਦਾ ਬਖੀਲੀ ਹੱਡ ਪਈ ਤੇ ਸਾਵਧਾਨ ਰਹਿਣ ਵਾਸਤੇ ਸਤਿਗੁਰੂ ਨੇ ਕਿਹਾ ਸੀ,
ਜੇ ਕੋ ਸਤ ਕਰੇ ਸੋ ਛੀਜੇ, ਤਪ ਕਰ ਤਪ ਨ ਹੋਈ। ਜੇ ਕੋ ਨਾਉ ਲਏ ਬਦਨਾਮੀ, ਕਲ ਕੇ ਲੱਖਣ ਏਈ। ਸੋ ਕਿਸੇ ਯੁੱਗ ਵਿੱਚ ਕਿਸੇ ਸਮੇਂ ਪਰਮੇਸ਼ਰ ਜੀ ਨੂੰ ਪਿਆਰ ਕਰਨ ਵਾਲੇ, ਚਾਹੇ ਅਵਤਾਰ ਹੋਣ ਚਾਹੇ ਜੀਵ ਹੋਣ, ਦੁਨੀਆ ਤੋਂ ਪਿਆਰ ਦੀ ਆਸ ਨਾ ਰੱਖਣ। ਕਦਰ ਵਾਲੇ ਦੁੱਖ ਨਹੀਂ ਦੇਣਗੇ, ਬਾਕੀ ਦੁਨੀਆ ਭਗਤਾਂ ਨੂੰ ਦੁੱਖ ਦਿੰਦੀ ਆਈ ਹੈ ਤੇ ਦੇਵੇਗੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਇਸੇ ਕਰਕੇ ਬੱਧੀ ਸੀ ਤੇ ਕਲਗੀਧਰ ਜੀ ਨੇ ਗੁਰਿਆਈ ਦਿੱਤੀ ਸੀ ਕਿ ਸਭ ਸਿੱਖ ਇਸ ਵਿੱਚ ਲਿਖੇ ਅਸੂਲਾਂ ਤੇ ਜੇ ਟੁਰਨ, ਤਦ ਭਗਤ ਨੂੰ ਦੁੱਖ ਨਾ ਦੇਣਗੇ। ਪਰ ਸਿੱਖਾਂ ਨੇ ਡੋਗਰਾਗਰਦੀ ਦੇ ਤਾਬੇ ਦੁਨੀਆ ਵਾਲੀ ਰੀਸ ਫੜ ਲਈ ਤੇ ਫਲ ਕੀ ਹੋਇਆ? ਜੀਕੂ ਤੁਰਕਾਂ ਨੇ ਸਰਮਦ ਵਰਗੇ ਆਪਣੇ ਮਤ ਦੇ ਉੱਚੇ ਫਕੀਰ ਮਾਰ ਕੱਤੇ, ਉਸੇ ਤਰ੍ਹਾਂ ਗੁਰਬਾਣੀ ਤੋਂ ਨਾ ਵਾਕਫ ਸਿੱਖ ਫੌਜ ਨੇ ਬਾਬਾ ਵੀਰ ਸਿੰਘ ਵਰਗੇ ਦੁੱਲੇ ਸਿੰਘ ਤੇ ਪੂਰੇ ਭਾਂਡੇ ਕਣੀ ਵਾਲੇ ਗੁਰੂ ਨਾਨਕ ਦੇ ਪਿਆਰੇ ਭਗਤ ਬੰਦੂਕਾਂ ਨਾਲ ਉਡਾ ਦਿੱਤੇ। ਜਿਸ ਨੇ ਇਸ ਭੁੱਲ ਤੋਂ ਬਚਣਾ ਹੋਵੇ ਉਹ ਗੁਰੂ ਦਾ ਖਾਲਸਾ ਸਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਣੇ ਔਰ ਗੁਰੂ ਨਾਨਕ ਦੇ ਉਪਦੇਸ਼ ਨੂੰ ਸਮਝੇ ਤੇ ਅਮਲ ਕਰੇ। ਗੁਰਮੁਖ ਦਾ ਮੇਲ ਕਰੇ, ਸਾਧ ਸੰਗਤ ਤੇ ਨਾਮ ਰਸੀਏ ਦਾ ਸੰਗ ਕਰੇ, ਤਾਂ ਜੋ ਨਾਮ ਚਿੱਤ ਰਹੇ, ਤਦ ਪਰਮੇਸ਼ਰ ਜੀ ਦੇ ਪ੍ਰੇਮੀਆਂ ਨਾਲ ਉਸ ਦਾ ਅਜੋੜਨਾ ਪਵੇ। ਪਰ ਜੋ ਮਨ ਦੀ ਅਕਲ ਦੇ ਮਗਰ ਟੁਰੇਗਾ ਜਾਂ ਗਊ ਦੇ ਉਧਾਲੇ ਘੁੰਮਦੀ ਹੈ, ਜੋ ਗੁਰਬਾਣੀ ਨਾਲ ਪ੍ਰੇਮ ਨਹੀਂ ਕਰੇਗਾ, ਉਹ ਭੁੱਲਾਂ ਕਰੇਗਾ ਜੋ ਤੈਮੂਰ, ਬਾਬਰ, ਮਹਿਮੂਦ, ਔਰੰਗਜ਼ੇਬ ਤੋਂ ਹੋਈਆਂ। ਸਿੱਖਾਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲੀਨ ਪ੍ਰੇਮ ਹੈ। ਤੇ ਜੋ ਸਿੱਖ ਅਖਵਾ ਕੇ ਪ੍ਰੇਮ ਨਹੀਂ ਵਰਤਦਾ ਉਹ ਸੰਸਾਰੀ ਹੈ ਤੇ ਸੰਸਾਰੀ ਭੁੱਲਾਂ ਵਿੱਚ ਦੁੱਖ ਬੀਜੇਗਾ, ਦੁੱਖ ਵੱਡੇਗਾ। ਪਰ ਜੋ ਗੁਰੂ ਨਾਨਕ ਦੇ ਸਰਬ ਪ੍ਰੇਮ ਨੂੰ ਸਮਝਦਾ ਹੈ, ਉਹ ਦੁੱਖ ਨਾ ਦੇਈ ਕਿਸੇ ਜੀ, ਪਤ ਸਿਓ ਕਰ ਜਾਵੋ ਦਾ ਹੁਕਮ ਮੰਨ ਕੇ ਸੁਖੀ ਹੋਵੇਗਾ। ਉਹ ਕਲਗੀਆਂ ਵਾਲੇ ਦੇ ਅਟਲ ਨੇਮ, ਸਾਚ ਕਹੋ ਸੁਨ ਲਿਓ ਸਭੇ ਜਿਨ ਪ੍ਰੇਮ ਕੀਓ, ਤੇ ਟੁਰੇਗਾ ਉਹ ਲੋਕ ਸੁਖੀ ਪਰ ਲੋਕ ਸੁਹੇਲੇ ਹੋਵੇਗਾ। ਜੋ ਅਪ੍ਰੇਮ ਕਰ ਰਿਹਾ ਹੈ ਉਹ ਸਤਿਗੁਰੂ ਦਾ ਨਹੀਂ, ਉਹ ਗੁਰੂ ਵੱਲ ਮੁੱਖ ਨਹੀਂ ਰੱਖਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲੀ ਵਿੱਚ ਉਹ ਮਨ ਵੱਲ ਮੁੱਖ ਰੱਖਣ ਕਰਕੇ ਮਨਮੁਖ ਹੈ। ਪਰ ਆਓ ਸ੍ਰੀ ਲਹਿਣਾ ਜੀ ਦੀ ਅੱਗੇ ਦੀ ਵਿਥਿਆ ਸੁਣੋ। ਉਹ ਸੇਵਾ ਵਿੱਚ ਮਗਨ ਹਨ, ਪ੍ਰੇਮ ਵਿੱਚ ਤਾਰੀਆਂ ਲਾ ਰਹੇ ਹਨ, ਉਹਨਾਂ ਨੂੰ ਕੋਈ ਪਰਵਾਹ ਨਹੀਂ। ਪ੍ਰੇਮ ਐਸਾ ਹੀ ਹੈ, ਪਾਤਸ਼ਾਹਾਂ ਦੇ ਪੁੱਤਰਾਂ ਨੂੰ ਫਕੀਰੀਆਂ ਦਿੰਦਾ ਹੈ, ਪਰ ਜੋ ਸਵਾਦ ਗੁਰੂ ਨਾਨਕ ਦੇਵ ਜੀ ਦੀ ਫਕੀਰੀ ਵਿੱਚ ਹੈ, ਸੰਸਾਰ ਦੀ ਪਾਤਸ਼ਾਹੀ ਵਿੱਚ ਨਹੀਂ। ਲਹਿਣਾ ਜੀ ਦੇ ਪ੍ਰੇਮ ਦੀ ਦਸ਼ਾ ਕਵੀ ਸੰਤੋਖ ਸਿੰਘ ਜੀ ਇੰਜ ਫਰਮਾਉਂਦੇ ਹਨ: ਭਈ ਪ੍ਰੀਤ ਨਹਿ ਜਾਏ ਬਖਾਨੀ, ਕੋ ਉਪਮਾ ਕਛ ਦਿਓ ਨ ਸਮਾਨੀ। ਅਲਪ ਪਤੰਗ ਮਿਰਗੀ ਜਾਨੀ, ਤਿਨ ਤੇ ਤੂਰਨ ਤਾ ਪਹਿਚਾਨੀ। ਸੀਸ ਦੇਨ ਕੀ ਹੋਏ ਜੋ ਰਜ਼ਾਈ, ਪਲਕ ਮਾਤਰ ਕਬੇ ਨਾ ਬਿਲਮਾਈ। ਜਦੋਂ ਜਵਾਲਾ ਜੀ ਦਾ ਗਿਆ ਸੰਗ ਮੁੜ ਆਇਆ, ਲਹਿਣਾ ਜੀ ਨੇ ਸਭ ਨੂੰ ਗੁਰੂ ਜੀ ਦਾ ਦਰਸ਼ਨ ਕਰਵਾਇਆ। ਅਨੇਕਾਂ ਦੇ ਦਿਲਾਂ ਵਿੱਚ ਦੇਵੀ ਪ੍ਰੇਮ ਦੀ ਥਾਂ ਸੱਚੇ ਸਤਿਗੁਰੂ ਦਾ ਪ੍ਰੇਮ ਉਗਮਗ ਪਿਆ ਤੇ ਸਿੱਖੀ ਧਾਰਨ ਕੀਤੀ। 2 ਕੁ ਦਿਨ ਰਹਿ ਕੇ ਸਾਰਾ ਸੰਗ ਪਿੰਡ ਗਿਆ, ਪਰ ਲਹਿਣਾ ਜੀ ਗਈ ਪੁੱਤਰੀ ਲੂਣ ਦੀ ਥਾਂ ਸਿੰਧ ਕੀ ਲੈਣ ਵਾਂਗੂ ਗੁਰੂ ਚਰਨਾਂ ਵਿੱਚ ਹੀ ਭੋਰੇ ਹੋਏ ਸੇਵਾ ਵਿੱਚ ਨਿਮਗਨ ਟਿਕੇ ਰਹੇ। ਸ੍ਰੀ ਲਹਿਣਾ ਜੀ ਇੱਕ ਦਿਨ ਪਿਛਲੀ ਰਾਤ ਜਾਗੇ ਤਾਂ ਬੜੀ ਗਰਮੀ ਸੀ। ਆਪ ਪੱਖਾ ਲੈ ਕੇ ਸ੍ਰੀ ਗੁਰੂ ਜੀ ਨੂੰ ਝੱਲਣ ਵਾਸਤੇ ਆਏ ਤਾਂ ਪੱਖਾ ਝੱਲਦਿਆਂ ਆਪ ਦੀ ਅੱਖ ਲੱਗ ਗਈ। ਤਦ ਕੀ ਦੇਖਦੇ ਹਨ ਕਿ ਸੂਹੇ ਬਸਤਰਾਂ ਵਿੱਚ ਇੱਕ ਦਿਵ ਜੋਤੀ ਕੰਨਿਆ, ਜੋ ਸਰੀਰ ਵਾਲੀ ਨਹੀਂ ਪਰ ਆਕਾਰ ਵਾਲੀ ਹੈ, ਦੁਆਰ ਬੁਹਾਰ ਰਹੀ ਹੈ। ਜਦ ਜਾਗੇ ਤਾਂ ਗੁਰੂ ਬਾਬੇ ਨੂੰ ਪੁੱਛਣ ਲੱਗੇ, ਸੱਚੇ ਪਾਤਸ਼ਾਹ, ਆਪ ਦੇ ਦੁਆਰੇ ਸੁਪਨੇ ਵਿੱਚ ਇੱਕ ਸੂਹੇ ਬਸੰਤਰੀ ਕੰਨਿਆ ਝਾੜੂ ਦਿੰਦੀ ਤੱਕੀ ਹੈ, ਇਹ ਕੌਣ ਆਹੀ? ਤਾਂ ਗੁਰੂ ਬਾਬੇ ਦੱਸਿਆ, ਪੁਰਖਾ, ਇਹ ਤੇਰੀ ਪੁਰਾਣੀ ਸੇਵੀ ਦੇਵੀ ਸੀ, ਜਿਸ ਨੂੰ ਐਸ਼ਵਰਜ ਦੇ ਲਈ ਸੇਵਿਆ ਜਾਂਦਾ ਹੈ, ਜੋ ਮੁਕਤ ਦੀ ਦਾਤੀ ਨਹੀਂ ਹੈ। ਦੇਵੀ ਜਾਂ ਦੁਰਗਾ ਭਗਤਾਂ ਦੇ ਖਿਆਲ ਵਿੱਚ ਸੇਵਕ ਦਾ ਦਰਜਾ ਰੱਖਦੀ ਹੈ, ਪਰਮੇਸ਼ਰ ਦੇ ਪਿਆਰਿਆਂ ਨੂੰ ਇਸ ਦੀ ਪੂਜਾ ਦੀ ਲੋੜ ਨਹੀਂ। ਲਹਿਣਾ ਜੀ ਬੜੇ ਆਨੰਦ ਹੋਏ ਕਿ ਜਿਸ ਤੋਂ ਮੈਂ ਮੁਕਤੀ ਦਾ ਚਾਹ ਮਾਨਸਾਂ, ਉਹ ਮੁਕਤੀ ਦੀ ਦਾਤੀ ਨਹੀਂ। ਸਾਡੇ ਸਿਰਤਾਜ ਪਾਵਨ ਲਹਿਣਾ ਜੀਓ, ਜੇ ਤੁਹਾਡਾ ਵਾਹਿਗੁਰੂ ਤੁਹਾਨੂੰ ਇਸ ਨਿਸ਼ਕਾਮ ਭਗਤੀ ਵਿੱਚ ਨਾ ਪਾਉਂਦਾ ਤਾਂ ਸਾਨੂੰ ਸਿੱਖੀ ਦਾ ਉਹ ਮੁਕੰਮਲ ਨਮੂਨਾ ਤੇ ਆਦਰਸ਼ ਕਿੱਥੋਂ ਪ੍ਰਾਪਤ ਹੁੰਦਾ ਜੋ ਤੁਸਾਂ ਕਰ ਵਿਖਾਇਆ। ਤੁਹਾਡੀ ਸਿੱਖੀ ਦੀ ਖਿੱਚੀ ਤਸਵੀਰ ਤੁਸੀਂ ਹੀ ਖਿੱਚ ਸਕਦੇ ਸੀ। ਸਾਡੀ ਜੀਵ ਸ਼੍ਰੇਣੀ ਦੇ ਵੱਡੇ ਵਡੇਰੇ ਤਾਂ ਉਹ ਉੱਚੀ ਤੋਂ ਉੱਚੀ ਤਸਵੀਰ ਗੁਰਸਿੱਖੀ ਦੀ ਖਿੱਚ ਸਕਦੇ ਸੀ, ਜੋ ਪਿਆਰੇ ਭਾਈ ਬੁੱਢਾ ਜੀ ਨੇ ਖਿੱਚੀ ਹੈ। ਪਰ ਤੁਹਾਡੀ ਬੇਨੁਕਸ ਖਿੱਚੀ ਤਸਵੀਰ ਤੁਹਾਡਾ ਹੀ ਕੰਮ ਸੀ। ਜੇਕਰ ਸਿਨੇਮਾ ਦੀਆਂ ਮੂਰਤਾਂ ਵੇਖਣ ਲਈ ਹਨੇਰੇ ਦੀ ਲੋੜ ਹੁੰਦੀ ਹੈ, ਜੀਕੂ ਕਾਰਕ ਜੋਤੀ ਤੋਂ ਸਿੱਖੀ ਦੀ ਪੂਰਨ ਤਸਵੀਰ ਪ੍ਰਕਾਸ਼ ਪਾਉਣ ਲਈ ਕੁਝ ਚਿਰ ਮਾਇਆ ਦੇ ਹਨੇਰੇ ਦੀ ਲੋੜ ਰੱਖਦੀ ਹੈ। ਮਾਇਆ ਵਿੱਚੋਂ ਨਿਕਲ ਕੇ ਦੈਵ ਵਿੱਚ ਅਡੋਲ ਭਾਵਨਾ ਨਾਲ ਆਉਣ ਦਾ ਨਾਮ ਹੀ ਤਾਂ ਸਿੱਖੀ ਹੈ। ਸੋ ਸ੍ਰੀ ਲਹਿਣਾ ਜੀ, ਪਿਆਰੇ ਲਹਿਣਾ ਜੀ ਨੇ ਬੇਕਾਂ ਪਾ ਕੇ ਪੂਰਨ ਰੂਪ ਵਿੱਚ ਦਿਖਾਈ। ਵਾਹਿਗੁਰੂ ਨੇ ਇਸੇ ਲਈ ਤਾਂ ਪਿਆਰੇ ਲਹਿਣਾ ਜੀ ਤੁਹਾਨੂੰ ਮਾਇਆ ਧਾਰੀਆਂ ਦੇ ਘਰ
ਅਵਤਾਰ ਦਿੱਤਾ, ਮਾਇਆ ਵਿੱਚ ਨਿਵਾਸ ਦਿੱਤਾ ਤੇ ਪੂਜਾ ਲਈ ਵੀ ਦੇਵੀ ਦੀ ਮੂਰਤੀ ਹੀ ਅੱਗੇ ਕੀਤੀ। ਇਸ ਸਥੂਲ ਸੂਖਮ ਮਾਇਆ ਵਿੱਚੋਂ ਤੁਸੀਂ ਕਿਸ ਸੁੰਦਰਤਾ ਨਾਲ ਨਿਕਲੇ। ਇਹ ਤੁਹਾਡਾ ਨਮੂਨਾ ਜਗਤ ਲਈ ਰੋਸ਼ਨੀ ਘਰ ਹੈ। ਇਹ ਭਵਸਾਗਰ ਵਿੱਚ ਆਪ ਨੇ ਚਾਨਣ ਮੁਨਾਰਾ ਖੜਾ ਕੀਤਾ ਹੈ। ਹਜ਼ਾਰਾਂ ਸਿੱਖੀ ਦੇ ਜਹਾਜ਼ ਇਸ ਚਾਨਣੇ ਨਾਲ ਬਚੇ ਹਨ ਤੇ ਰਹਿੰਦੀ ਦੁਨੀਆ ਤੱਕ ਬਚਣਗੇ। ਜੇ ਤੁਸੀਂ ਵੀ ਗੁਰੂ ਨਾਨਕ ਵਾਂਗ ਪ੍ਰਗਟ ਕੇ ਹੀ ਗੁਰੂ ਮੂਰਤੀ ਖਿੱਚ ਕੇ ਵਿਖਾਉਂਦੇ ਤਾਂ ਸਾਨੂੰ ਗੁਰੂ ਦੀ ਪਛਾਣ ਤਾਂ ਮਿਲਦੀ, ਪਰ ਸਿੱਖੀ ਦੀ ਪੂਰਨੇ ਅਸੀਂ ਕਿੱਥੋਂ ਸਿੱਖਦੇ। ਕਿਸੇ ਦੇ ਨਮੂਨੇ ਪਰ ਅਸੀਂ ਸਿੱਖੀ ਤੇ ਟੁਰਦੇ। ਵਾਹ ਪਰਮ ਭਾਵਨ ਲਹਿਣਾ ਜੀਓ, ਧੰਨ ਹੋ ਆਪ। ਸਿੱਖਾਂ ਦੀ ਆਪ ਦੇ ਜੀਵਨ ਦੇ ਇਸ ਹਿੱਸੇ ਨਾਲ ਇੰਨੀ ਦਿਲਚਸਪੀ ਹੈ ਜਿਸ ਦਾ ਵਰਣਨ ਨਹੀਂ ਹੋ ਸਕਦਾ। ਧੰਨ ਪੂਰਨ ਗੁਰੂ ਨਾਨਕ ਦੇਵ, ਧੰਨ ਪੂਰਨ ਸਿੱਖ ਸ੍ਰੀ ਲਹਿਣਾ ਜੀ। ਕਲਯੁਗ ਦੇ ਜੀਵਾਂ ਦੇ ਤੁਸੀਂ ਦੋਵੇਂ, ਗੁਰੂ ਪਲੱਸ ਸਿੱਖ ਆਦਰਸ਼ ਹੋ, ਆਪ ਧੰਨ ਹੋ। ਇੱਕ ਦਿਨ ਗੁਰੂ ਨਾਨਕ ਦੇਵ ਜੀ ਟਿਕੇ ਹੋਏ ਸਨ, ਪਰ ਚਰਨ ਹਿਲਦੇ ਸਨ। ਲਹਿਣਾ ਜੀ ਜਿਉਂ-ਜਿਉਂ ਤੱਕਨ ਅਚਰਜ ਹੁੰਦੇ ਜਾਣ। ਇਸੇ ਰੰਗ ਵਿੱਚ ਆਪ ਦੀ ਸੂਰਤ ਉਚੇਰੀ ਹੋ ਵਿਸਮਾਦ ਦੇ ਘਰ ਟਿਕ ਗਈ। ਕੀ ਦੇਖਦੇ ਹਨ ਕਿ ਗੁਪਤ ਸੰਸਾਰ ਦੇ ਦਿਵਲੋਕ ਆ ਕੇ ਚਰਨ ਪਰਸ ਕੇ ਜਾ ਰਹੇ ਹਨ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ, ਜਬ ਲਹਿਣਾ ਜੀ ਦੇਖੇ ਤਾਂ ਕਈ ਜੀਵ ਪੈਰਾਂ ਨਾਲ ਵਿਦਾ ਹੁੰਦੇ ਹਨ। ਗੁਰੂ ਨਾਨਕ ਸੁਰਿਓਦੇ ਵਿੱਚ ਲਿਖਿਆ ਹੈ, ਸੁਰ ਪੱਗ ਦਵੈ ਬੰਧਨ ਕਰੇ, ਪੁਨ ਸਦਨ ਸਿਧਾਰੈ। ਇਸ ਤਰ੍ਹਾਂ ਸਤਿਗੁਰੂ ਦੇ ਰੰਗ ਦੇਖ ਕੇ ਪ੍ਰੇਮ ਕਰਦੇ ਲਹਿਣਾ ਜੀ ਸੇਵਾ ਵਿੱਚ ਮਗਨ ਰਹੇ। ਚਿੱਤ ਦੀ ਅਵਸਥਾ ਹੁਣ ਦਰਵੇ ਹੋਏ ਵਲਵਲਿਆਂ ਦੀ ਸੁਖ ਰੂਪ ਰਸ ਰੂਪ ਹੋ ਰਹੀ ਹੈ। ਪਰਮ ਪ੍ਰੇਮ ਜਾਗਿਓ ਮਨ ਮਾਹੀ, ਰੰਗਿਓ ਰੰਗ ਭਗਤ ਮਨ ਜਾਹੀ। ਇਕ ਮਨ ਹੈ ਵੇ ਪੜ੍ਹੈ ਗੁਰਬਾਣੀ, ਸੁਨੋ ਗੁਨੋ ਕਿਰਤ ਚਿਤ ਮਾਨੀ। ਵਾਹਿਗੁਰੂ ਕੋ ਸਿਮਰਨ ਕਰੇਹੀ, ਉਮਰ ਉਮਗ ਮੁਖ ਸੁਜਜ ਉਚਰੇਹੀ। ਚੀਤ ਪ੍ਰੀਤ ਕੀ ਰੀਤ ਨਿਆਰੀ, ਲਿਵ ਲਾਗੀ ਨਿਸ ਦਿਨ ਸੁਖਕਾਰੀ। ਇਹ ਲਹਿਣਾ ਜੀ ਦੇ ਮਨ ਦੀ ਅਵਸਥਾ ਸੀ ਤੇ ਸਰੀਰ ਦੀ ਅਵਸਥਾ ਇਹ ਸੀ, ਕਰਤਿਓ ਸੇਵਾ ਸਮਾਂ ਬਿਤਾਵੇ, ਜਗ ਕਾਰਜ ਕੋ ਰਿਦੇ ਨਾ ਆਵੇ। ਇਸ ਤਰ੍ਹਾਂ ਸਰੀਰ ਨਾਲ ਨਿਸ਼ਕਾਮ ਸੇਵਾ ਤੇ ਮਨ ਨਾਲ ਉੱਚੇ ਭਾਵ ਤੇ ਲਿਵ ਵਿੱਚ ਉਮਗੇ ਤੇ ਉਤਸ਼ਾਹੇ ਰਸ ਭਿੰਨੇ ਰਹਿ ਕੇ ਲਹਿਣਾ ਜੀ ਦਾ ਸਿੱਖੀ ਚਮਨ ਦਿਨੋਂ ਦਿਨ ਖਿੜ ਰਿਹਾ ਹੈ। ਨਾਮ ਲਿਵ ਹੋ ਚੁੱਕਾ ਹੈ, ਰਸ ਮਗਨਤਾ ਰਹਿੰਦੀ ਹੈ। ਉਚਿਆਣ ਤੇ ਠੰਡ ਸਦਾ ਰੰਗ ਲਾਈ ਰੱਖਦੀ ਹੈ। ਵਾਹਿਗੁਰੂ ਪ੍ਰੇਮ ਵਾਹਿਗੁਰੂ ਰਸ ਉਛਾਲੇ ਲੈਂਦਾ ਹੈ। ਇੱਕ ਦਿਨ ਸਤਿਗੁਰੂ ਬਿਰਾਜ ਰਹੇ ਸਨ ਤੇ ਲਹਿਣਾ ਜੀ ਚਰਨ ਦਬਾ ਰਹੇ ਸਨ। ਕੀ ਦੇਖਦੇ ਹਨ ਕਿ ਚਰਨਾਂ ਤੇ ਆ ਮੁਹਾਰੀਆਂ ਕੰਡੇ ਚੁੱਭਣ ਵਰਗੀਆਂ ਝਰੀਟਾਂ ਆ ਰਹੀਆਂ ਹਨ। ਲਹਿਣਾ ਜੀ ਬਿਸਮ ਰਹੇ ਹਨ ਕਿ ਇਹ ਕੀ ਕੋਤਕ ਹੋ ਰਿਹਾ ਹੈ। ਪੁੱਛਣ ਲੱਗੇ ਪਾਤਸ਼ਾਹ, ਇਹ ਕੀ ਹੁੰਦਾ ਜਾਂਦਾ ਹੈ। ਤਦ ਗੁਰੂ ਜੀ ਨੇ ਉੱਤਰ ਦਿੱਤਾ, ਏਕ ਇਆਲੀ ਅਜਾ ਚਰਾਈ ਦੋਹਰਾ। ਮਨ ਇਕਾਂਤ ਹਵੇ ਪ੍ਰੀਤ, ਜੁਤ ਪੜੇ ਸੁਹੇਲਾ ਸੋਏ। ਕੰਟਕ ਚਾਰ ਅਪਾਰ ਜੈ, ਫਿਰਤ ਪ੍ਰੇਮ ਮੈਂ ਹੋਏ। ਚੌਪਈ। ਹਵੈ ਸਮੀਪ ਵਿਚਰੋਤਹਿ ਸੰਗਾ, ਲਗਨੇ ਦਿਓ ਨਾ ਕੰਟਕ ਅੰਗਾ। ਤਾਹਾਂ ਝਰੀਟ ਲਗੀ ਇਹ ਜਾਨੋ, ਲਹਿਣੇ ਸਾਜ ਬਚਨ ਮਮ ਮਾਨੋ। ਪੜੇ ਸੁਹੇਲਾ ਜੋ ਕਿਤ ਕੋਊ, ਤੈ ਸਮੀਪ ਨਿਸਚੇ ਮੈਂ ਹੋਊ। ਤਦ ਸ੍ਰੀ ਗੁਰੂ ਜੀ ਨੇ ਉਸ ਨੂੰ ਬੁਲਾ ਘੱਲਿਆ। ਜਦੋਂ ਉਹ ਆਇਆ ਤਾਂ ਗੁਰੂ ਜੀ ਨੇ ਆਗਿਆ ਕੀਤੀ ਕਿ ਸੋਹਿਲਾ ਰਾਤ ਨੂੰ ਸੌਣ ਲੱਗਿਆਂ ਪੜਿਆ ਕਰੋ। ਉਸਨੇ 7 ਬਚਨ ਕਹਿ ਕੇ ਖੁਸ਼ੀ ਲਈ। ਤਦ ਗੁਰੂ ਜੀ ਨੇ ਉਸ ਨੂੰ ਪੂਰਨ ਭਗਤੀ ਦਾਨ ਕੀਤੀ। ਆਖਦੇ ਹਨ ਕਿ ਇਸ ਦਿਨ ਤੋਂ ਲਹਿਣਾ ਜੀ ਦੇ ਕੋਮਲ ਪ੍ਰੇਮ ਦੇ ਕਾਰਨ ਇਹ ਰੋ ਰੀਤੀ ਟੁਰੀ ਕਿ ਕੀਰਤਨ ਸੋਹਿਲਾ ਰਾਤ ਸੌਣ ਵੇਲੇ ਪੜਿਆ ਜਾਵੇ। ਉਹਨਾਂ ਦਾ ਵਾਰ ਹੈ ਕਿ ਜੋ ਪ੍ਰੇਮੀ ਗੁਰੂ ਨਾਨਕ ਦੇ ਪ੍ਰੇਮ ਵਿੱਚ ਚਿੱਤ ਜੋੜ ਕੇ ਪਾਠ ਕਰੇਗਾ, ਰਾਤ ਸੁਖ ਦੀ ਬਤੀਤ ਹੋਏਗੀ। 3 ਬਰਸ ਸਿੱਖੀ ਦੇ ਆਦਰਸ਼ ਸ਼੍ਰੀ ਲਹਿਣਾ ਜੀ ਨੂੰ ਗੁਰੂ ਦੀ ਸੇਵਾ ਵਿੱਚ ਇਸ ਤਰ੍ਹਾਂ ਬਤੀਤ ਹੋਏ। ਉਹਨਾਂ ਦੀਆਂ ਇਸ ਵੇਲੇ ਦੀਆਂ ਕਰਨੀਆਂ ਸਿੱਖੀ ਦੀਆਂ ਕਰਨੀਆਂ ਹਨ, ਔਰ ਐਸੀਆਂ ਸਿੱਖੀ ਦੀਆਂ ਕਰਨੀਆਂ ਹਨ ਜਿਨ੍ਹਾਂ ਤੋਂ ਸੁੰਦਰ ਤੇ ਚੰਗੇਰੀਆਂ ਹੋ ਨਹੀਂ ਸਕਦੀਆਂ। ਇਸ ਕਰਕੇ ਇਹਨਾਂ ਦੇ ਵਾਹੇ ਪੂਰਨੇ ਸਾਡੇ ਲਈ ਸੱਚੇ ਸਿੱਖੀ ਦੇ ਪੂਰਨੇ ਹਨ। ਸ੍ਰੀ ਲਹਿਣਾ ਜੀ ਦੀਆਂ ਕਰਨੀਆਂ ਨਾਲ ਸਾਨੂੰ ਖਾਸ ਪ੍ਰੇਮ ਹੈ। ਉਹਨਾਂ ਨੇ ਸਿੱਖੀ ਧਾਰੀ ਸਾਡੇ ਲਈ ਸੀ ਕਿ ਉਹ ਸਿੱਖ ਬਣ ਕੇ ਦਿਖਾਉਣ ਤਾਂ ਸਾਨੂੰ ਸਿੱਖੀ ਦਾ ਜੀਵਨ ਨਜ਼ਰ ਪਵੇ ਤੇ ਅਸੀਂ ਧੀਰਜ ਪਾ ਕੇ ਉਸ ਰਾਹੇ ਟੁਰੀਏ। ਧੰਨ ਸ੍ਰੀ ਪਾਵਨ ਲਹਿਣਾ ਜੀ ਕਾਰਕ ਹੋ ਕੇ, ਗੁਰੂ ਹੋ ਕੇ, ਸਿੱਖਾਂ ਵਿੱਚ ਸਿੱਖ ਹੋ ਕੇ ਵਰਤੇ, ਜਿਨ੍ਹਾਂ ਸਿੱਖਾਂ ਵਾਲੀਆਂ ਕਰਨੀਆਂ, ਕਾਲਾਂ ਤੇ ਟਹਿਲਾਂ ਕੀਤੀਆਂ। ਸਿੱਖੀ ਭਾਵਨਾ ਵਿੱਚ ਗੁਰੂ ਨਾਨਕ ਸੇਵਿਆ ਤੇ ਸਾਨੂੰ ਜਾਚ ਸਿਖਾਈ ਕਿ ਸਤਿਗੁਰੂ ਨਾਨਕ ਇਉਂ ਸੇਵੀਦਾ ਹੈ ਤਾਂ ਉਸ ਤੋਂ ਇਉਂ ਸੱਚ ਪ੍ਰਾਪਤ ਕਰੀਦਾ ਹੈ। ਧੰਨ ਸ੍ਰੀ ਲਹਿਣਾ ਜੀ ਜਿਨ੍ਹਾਂ ਨੇ ਇਉਂ ਕੀਤਾ। ਜਿੱਦਾਂ ਪਾਤਸ਼ਾਹ ਦਾ ਪੁੱਤਰ ਪਾਂਦੇ ਦੇ ਆਮ ਬਾਲਕਾਂ ਵਿੱਚ ਬੈਠ ਕੇ ਪੜ੍ਹਦਾ ਤੇ ਸ਼ਾਹਜ਼ਾਦਗੀ ਨਹੀਂ ਜਤਾਉਂਦਾ, ਪਰ ਸਾਰੇ ਬਾਲਕਾਂ ਨੂੰ ਸ਼ਾਗਿਰਦੀ ਦਾ ਨਮੂਨਾ ਦਿਖਾਉਂਦਾ ਹੈ। ਇੱਕ ਦਿਨ ਗੁਰੂ ਬਾਬੇ ਨੇ ਆਗਿਆ ਕੀਤੀ, ਆਪਣੇ ਪਿੰਡ ਜਾਓ, ਪਰਿਵਾਰ ਨੂੰ ਮਿਲੋ। ਆਗਿਆ ਸਿਰ ਧਰ ਕੇ ਪ੍ਰੇਮ ਪਰਵੇਦੇ ਗੁਰਸਿੱਖੀ ਦੇ ਪੂਰੇ ਪੂਰਨੇ ਵਾਉਣ ਵਾਲੇ ਪਰਨ ਪਾਵਨ ਸ਼੍ਰੀ ਲਹਿਣਾ ਜੀ ਟੁਰ ਪਏ।
ਹੁਕਮ ਪਾ ਕੇ ਜਦ ਸ਼੍ਰੀ ਪਾਵਨ ਲਹਿਣਾ ਜੀ ਪਿੰਡ ਆਏ, ਸਾਰੇ ਗ੍ਰਾਮ ਨੇ ਸਤਿਕਾਰ ਕੀਤਾ। ਚੌਧਰੀ ਤਖਤ ਮਲ ਜੀ ਪਿੰਡ ਦੇ ਸਿਰ ਕੱਢਦਿਆਂ ਸਣੇ ਮਿਲਣ ਆਏ। ਬੇਨਤੀ ਕੀਤੀ, ਹੇ ਸਾਡੇ ਸਿਰਤਾਜ ਸ਼੍ਰੀ ਲਹਿਣਾ ਜੀ, ਆਪ ਧੰਨ ਹੋ। ਸਾਡਾ ਗ੍ਰਾਮ ਪਵਿੱਤਰ ਹੋ ਗਿਆ, ਜਿੱਥੋਂ ਦੇ ਹੋ ਕੇ ਆਪ ਨੇ ਗੁਰੂ ਨਾਨਕ ਵਰਗੇ ਮਹਾਬਲੀ ਮਹਾਂਪੁਰਖ ਨੂੰ ਰਿਝਾ ਲਿਆ ਹੈ। ਗੱਲ ਕੀ ਆਪਣੇ ਘਰ, ਸਹੁਰੇ ਘਰ, ਚੌਧਰੀਆਂ ਦੇ ਘਰ ਤੇ ਸਾਰੇ ਨਗਰ ਵਾਸੀਆਂ ਦੇ ਘਰ ਲਹਿਣਾ ਜੀ ਦੀ ਉੱਜਲ ਕੀਰਤੀ ਸਰਦ ਰੁੱਤ ਦੀ ਚਾਂਦਨੀ ਵਾਂਗ ਪਸਰ ਗਈ ਤੇ ਆਪ ਦਾ ਸਤਿਕਾਰ ਇਤਨਾ ਹੋਇਆ ਕਿ ਕਥਨ ਨਹੀਂ ਕੀਤਾ ਜਾ ਸਕਦਾ। ਪਰੰਤੂ ਕਿਆ ਸਿੱਖੀ ਦਾ ਸੱਚਾ ਨਮੂਨਾ ਸ਼੍ਰੀ ਲਹਿਣਾ ਜੀ ਇਸ ਕੀਰਤੀ ਵਿੱਚ ਮਗਨ ਹੋ ਗਏ? ਨਹੀਂ। ਹਾਂ, ਕੀਰਤੀ ਵਾਲਿਆਂ ਨੂੰ ਆਤਮ ਸੁੱਖ ਤਾਂ ਦਿੱਤਾ, ਅਸੀਸਾਂ ਤੇ ਵਰ ਵੀ ਸੁੱਤੇ ਸਿੱਧ ਬਖਸ਼ੇ, ਪਰ ਕੀ ਉਹ ਹੁਣ ਪਿੰਡ ਵਿੱਚ ਨਿਮਗਨ ਹੋ ਗਏ ਹਨ? ਨਹੀਂ, ਕਦਾਚਿਤ ਨਹੀਂ। ਉਹਨਾਂ ਦੀ ਉਹੀ ਦਸ਼ਾ ਹੈ, ਜਿੰਨਾ ਪਿਰੀ ਪਿਆਰ ਕਿਉਂ ਜੀਵਨ ਪਿਰ ਬਾਰੇ, ਜਾਂ ਸੋ ਦੇਖਣ ਆਪਣਾ ਨਾਨਕ ਥੀਵਨ ਵੀ ਹਰੇ। ਲਹਿਣਾ ਜੀ ਦੇ ਮਨ ਦੀ ਜੋ ਦਸ਼ਾ ਇੱਥੇ ਹੋਈ, ਕਵੀ ਸੰਤੋਖ ਸਿੰਘ ਜੀ ਨੇ ਬੜੀ ਸੁੰਦਰਤਾ ਨਾਲ ਵਰਣਨ ਕੀਤੀ ਹੈ। ਕਬ ਇੱਕ ਛਿਨ ਚਿਤ ਪਰਚਤ ਨਾਹੀ, ਕਬ ਆਂਗਨ ਕਬ ਬਾਹਰ ਜਾਹੀ। ਗੁਰਪਦ ਪੰਕਜ ਟਿਗਮਨ ਛੋਰਾ, ਤਨ ਆਇਓ ਥੋਂ ਕਰ ਕੀ ਓਰਾ। ਕੈਸੇ ਹੋਏ ਚੈਨ ਮਨ ਮਾਹੀ, ਚੰਦ ਚਕੋਰ ਚੀਤ ਚਿਤ ਚਾਹੀ। ਲੋਚਨ ਕਮਲ ਰਹੇ ਅਲਸਾਏ, ਬਿਨ ਆਪਣੇ ਪ੍ਰੀਤਮ ਰਵ ਪਾਏ। ਕਿਨਸੋਂ ਕਹੇ ਨ ਰਹੇ ਉਦਾਸਾ, ਕਰਤ ਨ ਸੁਧ ਉਰ ਕਾਜ ਅਵਾਸਾ। ਰਹੇ ਅਲਪ ਦਿਨ ਬੀਚ ਖਡੂਰੇ, ਮਨ ਜਾਏ ਚਲਿਓ ਨਿਕਟ ਗੁਰਪੂਰੇ। ਹਾਂ ਜੀ, ਸਾਡੇ ਸਿੱਖੀ ਦੇ ਵਿੱਚ ਸਿਰਤਾਜ ਤੇ ਆਗੂ ਲਹਿਣਾ ਜੀ ਦੀ ਕੀਰਤੀ ਇਸ ਪ੍ਰੇਮ ਦਸ਼ਾ ਵਿੱਚ। ਆਓ ਸਾਰੇ ਜਣੇ ਗਾਵੀਏ। ਵਿਖਮ ਪਦ। ਗੁਰੂ ਨਾਨਕ ਚਰਨੀ ਲੱਗਿਆਂ, ਚੈਨ ਨਾ ਆਵੇ ਇਸ ਮਨ ਮੇਰੇ। ਰਾਤੀ ਹੋਈਆਂ ਵੱਡੀਆਂ, ਵਤਨ ਵਿਦੇਸ਼ ਓਪਰਾ ਅੰਗਣ। ਤਾਂਗਾ ਗੁਰਦਿਸ ਗੱਡੀਆਂ, ਦਰਸ਼ਨ ਖੈਨ ਮਿਲੇ ਹਰ ਵੇਲੇ। ਹੋਰ ਮੰਗਾ ਸਭ ਛੱਡੀਆਂ, ਬਾਹ ਹੁਲਾਰਾ ਹਕਲਾ ਮਾਰਾ। ਤੱਕਾਂ ਚਾਚਾ ਅੱਡੀਆਂ, ਜਿਸ ਵੱਲ ਪ੍ਰੀਤਮ ਵਸੇ ਪਿਆਰਾ। ਅੱਖੀ ਉਸ ਵੱਲ ਤੱਡੀਆਂ, ਜਿਸ ਧਰਤੀ ਗੁਰੂ ਨਾਨਕ ਵਸਦਾ। ਸੂਰਤਾਂ ਉਸ ਦਿਸ ਗੱਡੀਆਂ, ਚਲੋ ਸਈਓ ਹੁਣ ਛੇਤੀ ਚਲੀਏ। ਮਾਰ ਉਲਾਂਗਾ ਵੱਡੀਆਂ, ਜਾਨ ਜਾਨ ਵਿੱਚ ਤਦੋਂ ਆਵਸੀ। ਚਰਨੀ ਜਾ ਜਦ ਲੱਗੀਆਂ। ਹਾਂਜੀ ਮਿੱਤਰ ਪਿਆਰਿਓ, ਗੁਰੂ ਨਾਨਕ ਦੇਵ ਦੀ ਸ਼ਰਨ ਆਓ, ਉਸ ਪੂਰੇ ਸਤਿਗੁਰੂ ਜੀ ਦੀ, ਜਿਸ ਦੀ ਅਸਲ ਪਛਾਣ ਸ਼੍ਰੀ ਲਹਿਣਾ ਜੀ ਨੇ ਕੀਤੀ। ਸ਼ਰਨ ਆਓ। ਜੇ ਸ਼੍ਰੀ ਲਹਿਣਾ ਜੀ ਨਾ ਆਉਂਦੇ ਤਾਂ ਗੁਰੂ ਨਾਨਕ ਦੀ ਸਾਰੀ ਪਛਾਣ ਕੌਣ ਕਰਦਾ? ਕਿਉਂਕਿ ਪੂਰੀ ਪਛਾਣ ਉਹੀ ਕਰ ਸਕਦਾ ਹੈ ਜਿਸ ਦੀ ਨਜ਼ਰ ਉਸੇ ਉਚਾਈ ਤੱਕ ਉੱਚੀ ਉੱਠ ਸਕੇ। ਲਹਿਣਾ ਜੀ ਦੀ ਨਜ਼ਰ ਓਡੀ ਉੱਚੀ ਉੱਠੀ ਜਿੱਡਾ ਸਤਿਗੁਰੂ ਆਪ ਸੀ। ਤਦੇ ਤਾਂ ਸ਼੍ਰੀ ਲਹਿਣਾ ਜੀ ਇੱਕ ਦਿਨ ਓਡਾ ਵੱਡਾ ਆਪ ਹੋ ਗਿਆ। ਤਾਂ ਮਿੱਤਰੋ, ਉਸ ਸੂਰੇ ਲਹਿਣਾ ਜੀ ਨੇ ਸਾਨੂੰ ਦੱਸਿਆ ਕਿ ਗੁਰੂ ਇਹੋ ਜਿਹਾ ਕੋਈ ਨਹੀਂ ਜੇ। ਤਾਂ ਤੇ ਆਓ ਸੱਜਣੋ, ਗੁਰੂ ਨਾਨਕ ਦੀ ਕੀਰਤੀ ਕਰੀਏ। ਗੱਲ ਕੀ, ਲਹਿਣਾ ਜੀ ਇੱਥੇ ਬੜੇ ਉਪਰਾਮ ਤੇ ਸ਼੍ਰੀ ਗੁਰੂ ਜੀ ਦੀ ਇਸ ਪ੍ਰਕਾਰ ਦੀ ਅਜਰ ਖਿੱਚ ਵਿੱਚ ਰਹੇ। ਅੰਤ ਨਾ ਰਹਿ ਸਕੇ, ਟੁਰ ਹੀ ਪਏ ਤੇ ਕਰਤਾਰਪੁਰ ਆ ਫਿਰ ਸ਼੍ਰੀ ਗੁਰੂ ਜੀ ਦੇ ਇਲਾਹੀ ਦਰਸ਼ਨ ਪਾਏ। ਸਤਿਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਜਨਮ ਜਨਮ ਦੀਆਂ ਭੁੱਲਾਂ ਤੋਂ ਕੱਢਿਆ ਹੈ। ਲੋਕੀ ਘਰਾਂ ਨੂੰ ਛੱਡ ਕੇ ਜੰਗਲ ਵਿੱਚ ਜਾ ਕੇ ਰੱਬ ਮਿਲਣ ਦੇ ਖਿਆਲ ਵਿੱਚ ਉਮਰਾਂ ਗਾਲਦੇ ਸਨ, ਪਰ ਘਬਰਾਹਟ ਪੱਲੇ ਪੈਂਦੀ ਸੀ ਜਾਂ ਨਾਟਕ ਚੇਟਕ ਸਿੱਧੀਆਂ ਆਦਤ ਤੇ ਵਸੀਕਾਰ ਪਾਉਂਦੇ ਸਨ ਤੇ ਆਪਣੇ ਐਸ਼ਵਰਯ ਬਣਾ ਕੇ ਮਾਣ ਵਡਾਈ ਈਰਖਾ ਵਿੱਚ ਹੀ ਫਸੇ ਰਹਿੰਦੇ ਸੀ। ਮਨ ਤੇ ਮਨ ਦਾ ਰੰਗ ਤੇ ਆਤਮ ਹੁਲਾਰਾ ਕਿਸੇ ਵਿਲੇ ਨੂੰ ਮੋਖ ਵੱਲ ਲੈ ਜਾਂਦਾ ਸੀ। ਸਤਿਗੁਰੂ ਨੇ ਦੱਸਿਆ ਕਿ ਘਰ ਵਿੱਚ ਹੀ ਪਰਮੇਸ਼ਰ ਮਿਲ ਸਕਦਾ ਹੈ ਜੇ ਨੀਅਤ ਰਾਸ ਹੋਵੇ, ਕਰਮ ਸ਼ੁਭ ਹੋਣ, ਮਨ ਪ੍ਰੇਮ ਕਿਣਕੇ ਨਾਲ ਜਾਗੇ ਤੇ ਭਗਤੀ ਵਿੱਚ ਜੀਵੇ। ਗ੍ਰਸਥ ਵਿੱਚ ਅਤੀਤ ਰਹਿਣ ਦਾ ਨਿਰਾ ਉਪਦੇਸ਼ ਹੀ ਨਹੀਂ ਦਿੱਤਾ ਕਰਕੇ ਦੱਸਿਆ। ਗੁਰੂ ਬਾਬੇ ਜੀ ਨੇ ਸਾਰਾ ਸੰਸਾਰ ਫਿਰਕੇ 9 ਖੰਡ 4 ਚੱਕ ਤਾਰ ਕੇ ਕਰਤਾਰਪੁਰ ਡੇਰਾ ਲਾਇਆ, ਪਰ ਪਰਿਵਾਰ ਨੂੰ ਪਾਸ ਸੱਦ ਕੇ ਗ੍ਰਸਤੀ ਬਣ ਕੇ ਦਿਖਾਇਆ। ਖੇਤੀ ਆਪ ਕਰਵਾਈ, ਸਿਰ ਤੇ ਖੇਤਾਂ ਵਿੱਚ ਖੜੋ ਕੇ ਸਿੱਖਾਂ ਨੂੰ ਕਿਰਤ ਕਰਕੇ ਖਾਣ ਦੀ ਜਾਚ ਸਿਖਾਈ। ਕਰਤਾਰਪੁਰ ਸਤਿਗੁਰੂ ਨੇ ਆਪ ਵਸਾਇਆ। ਇਹ ਸਾਰੇ ਚੋਜ ਕੀਤੇ ਕਿ ਮਤੇ ਘਰ ਉਸਾਰਨ, ਧਰਮਸ਼ਾਲਾ ਬਣਾਉਣ, ਪਿੰਡ ਬੰਨਣ ਵਿੱਚ ਸਿੱਖਾਂ ਨੂੰ ਇਹ ਭੁਲੇਖਾ ਨਾ ਪਵੇ ਕਿ ਇਉਂ ਪਰਮਾਰਥ ਜੀਵਨ ਦੀ ਕੋਈ ਹਾਨੀ ਹੋ ਜਾਂਦੀ ਹੈ। ਫਿਰ ਆਪ ਖੇਤੀ ਕਰਵਾ ਕੇ ਸਿਖਾਇਆ ਕਿ ਉਹ ਇਹ ਭੁਲੇਖਾ ਨਾ ਖਾਓ ਕਿ ਧਰਮ ਦੀ ਕਿਰਤ ਕਰਨ ਨਾਲ ਸਿੱਖੀ ਦੀ ਅੰਦਰਲੀ ਨੇਹੋਂ ਭਰੀ ਯਾਦ ਨਹੀਂ ਰਹਿ ਸਕਦੀ। ਆਪ ਕੰਮ ਕਰਾ ਕੇ ਸਿਖਾਇਆ ਕਿ ਗ੍ਰਸਤੀ ਧਰਮੀ ਤੇ ਕੀਰਤੀ ਹੋਵੇ, ਫਿਰ ਨਾਮ ਜਪੇ, ਰਸ ਮਾਣੇ, ਲੋਕ ਪਰਲੋਕ ਸੁਹੇਲਾ ਹੋਵੇ। ਗ੍ਰਸਤ ਮਾਰਗ ਨੂੰ ਪ੍ਰਵਾਨ ਗ੍ਰਸਤ ਉਦਾਸ ਮਾਰਗ ਬਣਾ ਕੇ ਦਿਖਾ ਦਿੱਤਾ। ਸਤਿਗੁਰੂ ਨਾਨਕ ਦੇ ਦੁਆਰੇ ਇਸ ਤਰ੍ਹਾਂ ਕਿਰਤ ਕਾਲ ਹੁੰਦੀ ਸੀ। ਪਰ ਇਹ ਕੀਰਤੀ ਗਾਫਲ ਕੀਰਤੀ, ਨਾਮ ਬਾਣੀ ਤੋਂ ਸਖਣੇ ਕੀਰਤੀ, ਅਭਿਮਾਨੀ ਕੀਰਤੀ, ਹਠੀਏ ਤੇ ਸਾਕਤ ਕੀਰਤੀ ਨਹੀਂ ਸਨ।
ਇਹ ਸਭ ਰਸ ਭਿੰਨੜੇ ਨਾਮ ਪਿਆਰੇ ਸਨ ਜੋ ਪ੍ਰਵਾਨ ਗ੍ਰਸਤ ਉਦਾਸ ਦਾ ਨਮੂਨਾ ਸੀ। ਸ੍ਰੀ ਲਹਿਣਾ ਜੀ ਵੀ ਗੁਰੂ ਜੀ ਨੇ ਘਰ ਇਸ ਲਈ ਘੱਲੇ ਸੀ ਕਿ ਉਹ ਗ੍ਰਸਤ ਤੋਂ ਜੁਦਾ ਕਰਕੇ ਬਾਹਰ ਮੁਖੀ ਤਿਆਗ ਵਿੱਚ ਨਹੀਂ ਪਾ ਦਿੱਤੇ ਗਏ। ਸਿੱਖੀ ਵਿੱਚ ਤਿਆਗ ਸੂਰਤ ਵਿੱਚ ਵਸਾਇਆ ਜਾਂਦਾ ਹੈ। ਮੁਬਾਰਕ ਹਨ ਉਹ ਜੋ ਵਸਦੇ ਗ੍ਰਸਤ ਵਿੱਚ ਹਨ, ਪਰ ਜਿਨ੍ਹਾਂ ਦੀ ਸੁਰਤ ਵਿੱਚ ਤਿਆਗ ਵਸਦਾ ਹੈ। ਪਰ ਸ਼ੌਂਕ ਹੈ ਉਹਨਾਂ ਉੱਤੇ, ਹਾਏ ਹਾਏ ਹੇ ਉਹਨਾਂ ਉੱਪਰ ਜੋ ਲੰਪੜ ਗ੍ਰਸਤ ਹਨ ਤੇ ਫਿਰ ਕਹਿੰਦੇ ਹਨ ਕਿ ਬਾਬੇ ਨਾਨਕ ਦੇ ਸਾਨੂੰ ਆਖੋ। ਜੋ ਗਾਫਲ ਹਨ ਭਗਵੰਤ ਤੋਂ ਤੇ ਗ੍ਰਸਤ ਦੀ ਉਪਮਾ ਕਰਦੇ ਹਨ, ਜੋ ਗੁਰੂ ਨਾਨਕ ਦੇ ਬਖਸ਼ੇ ਪ੍ਰੇਮ ਤੇ ਭਗਤੀ ਵਿੱਚ ਨਹੀਂ ਆਏ ਤੇ ਤਿਆਗ ਦੀ ਨਿੰਦਾ ਕਰਦੇ ਹਨ। ਸਤਿਗੁਰੂ ਨਾਨਕ ਨੇ ਪ੍ਰਵਾਨ ਗ੍ਰਸਤ ਉਦਾਸ ਮਤ ਟੋਰਿਆ। ਸਤਿਗੁਰੂ ਦੇ ਆਪਣੇ ਦੁਆਰੇ ਜੋ ਅੰਨ ਧਰਤੀ ਤੋਂ ਉਪਜਦਾ ਸੀ, ਉਸ ਤੋਂ ਦੇਗ ਟੁਰੀ, ਲੰਗਰ ਚਲਿਆ, ਭੁੱਖਾ ਅੰਨ ਖਾਵੇ, ਚਾਹੇ ਕਿਸੇ ਮਤ ਦਾ ਹੋਵੇ, ਭੁੱਖਾ ਹੋਵੇ ਸਹੀ। ਇਹੋ ਪਛਾਣ ਸੀ। ਇਹ ਮਰਿਆਦਾ ਕੇਵਲ ਗੁਰੂ ਘਰ ਦੀ ਹੈ, ਕਿਉਂਕਿ ਅੰਨ ਪਾਣੀ ਗੁਰੂ ਨੇ ਦੱਸਿਆ ਕਿ ਪਰਮੇਸ਼ਰ ਦੀ ਦਾਤ ਹੈ, ਬੰਦੇ ਦੀ ਮੈਂ, ਮੇਰੀ ਦੀ ਸ਼ੈ ਨਹੀਂ। ਇਹ ਮੱਤ ਦੇ ਕੇ ਗੁਰੂ ਨਾਨਕ ਨੇ ਇਹੋ ਕਰ ਵਿਖਾਇਆ। ਲੰਗਰ ਟੋਰਿਆ, ਜੋ ਜੀ ਆਵੇ ਸੋ ਲਾਹੇਵੰਦ। ਸਿੱਖ ਇਹਨਾਂ ਹੁਕਮਾਂ ਤੇ ਟੁਰਦੇ ਲੋਕ ਸੁਖੀ ਪਰ ਲੋਕ ਸੁਹੇਲੇ ਹੋਏ। ਬਹੁਤ ਸੰਗਤਾਂ ਆਉਣ ਤੇ ਸਤਸੰਗ ਦਾ ਰੰਗ ਟੁਰਿਆ ਰਹੇ। ਗੁਰੂ ਆਗਿਆ ਮੰਨਣ ਦੀ ਇੱਕ ਸਾਖੀ ਇਉਂ ਲਿਖੀ ਮਿਲੀ ਹੈ। ਇਕੇਰਾ ਬੜੀ ਝੜੀ ਲੱਗੀ, ਮੀਂਹ ਪਿਆ ਲਗਾਤਾਰ, ਨਾ ਲੱਕੜ ਲੱਭੇ ਨਾ ਹੋਰ ਕੁਛ ਲੱਭੇ। ਸੰਗਤ ਅਪਾਰ ਆਈ ਹੋਈ ਸੀ। 2 ਕੜਾਕੇ ਲੰਗੇ ਤਾਂ ਸਤਿਗੁਰੂ ਆਖਿਆ, ਪੁੱਤਰ ਸ਼੍ਰੀ ਚੰਦ, ਬਰਖਾ ਥੰਮੀ ਹੈ, ਬਾਹਰ ਜਾਓ, ਬਿਰਛਾਂ ਨੂੰ ਝੰਜੂਣੋ, ਜੋ ਸਾਈਂ ਆਪਣੇ ਬੱਚਿਆਂ ਲਈ ਭੋਜਨ ਵਰਸਾਵੇ ਤੇ ਸੰਗਤਾਂ ਤ੍ਰਿਪਤ ਹੋਣ। ਤਾਂ ਸ਼੍ਰੀ ਚੰਦ ਜੀ ਬੋਲੇ, ਬਿਰਛਾਂ ਨਾਲ ਭੋਜਨ ਨਹੀਂ ਲਟਕਦੇ। ਤਾਂ ਗੁਰੂ ਨਾਨਕ ਜੀ ਮੁਸਕਰਾਏ, ਲਖਮੀ ਚੰਦ ਜੀ ਨੂੰ ਬੋਲੇ, ਜਾਓ ਬੇਟਾ, ਬਿਰਛ ਝੰਜੂਣੋ ਜੋ ਭੋਜਨ ਵਰਸੇ। ਤਾਂ ਉਹਨਾਂ ਨੇ ਵੀ ਕਿਹਾ, ਮੀਂਹ ਬਹੁਤ ਹੈ ਤੇ ਬਿਰਛਾਂ ਨਾਲ ਤਾਂ ਫੁੱਲ ਵੀ ਨਹੀਂ ਰਹੇ, ਭੋਜਨ ਕਿੱਥੋਂ ਬਰਸਣਗੇ। ਤਾਂ ਗੁਰੂ ਬਾਬੇ ਲਹਿਣੇ ਨੂੰ ਕਿਹਾ, ਪੁਰਖਾ, ਜਾਓ ਬਿਰਖ ਝੂਣੋ, ਦੇਖੋ ਜਿਸ ਨੇ ਸੰਗਤ ਸਾਜੀ ਤੇ ਇੱਥੇ ਭੇਜੀ ਹੈ ਉਹ ਰਾਜਕ ਰਿਜਕ ਦੇਵੇਗਾ। ਲਹਿਣਾ ਜੀ ਦੀ ਨਜ਼ਰ ਵਿੱਚ ਗੁਰੂ ਨਾਨਕ ਮਨੁੱਖ ਮਾਤਰ ਨਹੀਂ ਸੀ। ਉਹਨਾਂ ਦੀ ਦ੍ਰਿਸ਼ਟੀ ਚੰਦ ਦੇ ਪਿੰਡ ਉੱਤੇ ਨਹੀਂ ਸੀ ਟਿਕਦੀ, ਚੰਦ ਦੇ ਚਾਨਣ ਤੇ ਟਿਕਦੀ ਸੀ। ਜੀਕੂ ਅਤਾਰ ਦੀ ਨਜ਼ਰ ਨਿਰੇ ਫੁੱਲ ਦੇ ਪਿੰਡ ਉੱਤੇ ਨਹੀਂ ਟਿਕਦੀ, ਫੁੱਲ ਦੀ ਖੁਸ਼ਬੂ ਪਰ ਟਿਕਦੀ ਹੈ। ਜਾਂ ਗੁਰੂ ਜੀ ਨੇ ਬਚਨ ਕੀਤਾ ਤਾਂ ਲਹਿਣਾ ਜੀ ਨੂੰ ਇਉਂ ਲੱਗਾ ਕਿ ਰੱਬੀ ਨੂਰ ਬੋਲਿਆ ਹੈ। ਨਾ ਗੁਰੂ ਨਾਨਕ ਦੇਵ ਜੀ ਦੇ ਵਿੱਚ ਆਪਣੇ ਪਰਮੇਸ਼ਰ ਦੇ ਰਾਜ਼ਕ ਹੋਣ ਪਰ ਸ਼ੁਬੇ ਸੀ, ਤੇ ਨਾ ਲਹਿਣਾ ਜੀ ਦੇ ਦਿਲ ਵਿੱਚ ਗੁਰੂ ਨਾਨਕ ਦੇ ਵਾਕ ਨੂੰ ਰੱਬੀ ਤਾਕਤ ਤੋਂ ਛੁੱਟ ਕੁਝ ਹੋਰ ਹੋਣ ਦਾ ਸੰਸਾ ਸੀ। ਗੁਰਸਿੱਖ ਵਿਸ਼ਵਾਸ ਰੂਪ ਸਨ ਤੇ ਵਿਸ਼ਵਾਸ ਪੂਰਨ ਗਿਆਨ, ਪੂਰਨ ਸ਼ਕਤੀ ਹੈ। ਲਹਿਣਾ ਜੀ, ਹਾਂਜੀ, ਸੰਸੇ ਰਹਿਤ ਸਿੱਖੀ ਯਕੀਨ ਵਿੱਚ ਕਾਮਲ ਸਿੱਖ, ਸੀਸ ਨਿਵਾ ਕੇ ਟੁਰੇ, ਰੁੱਖ ਤੇ ਚੜ ਗਏ। ਝੰਜੂਣਿਆ, ਦੇਖੋ ਬਿਰਛਾਂ ਤੋਂ ਜੋ ਟੱਠਾ ਸੰਗਤ ਖਾ ਕੇ ਰੱਜ ਗਈਆਂ। ਇਹੋ ਦੇਖੋ ਰੁੱਖ ਦੇ ਉੱਤੇ ਸਿੱਦਕ ਤੇ ਯਕੀਨ ਦੀ ਮੂਰਤ ਬਿਰਛ ਝੰਜੂਣ ਰਹੀ ਹੈ ਤੇ ਨੀਝ ਲਾ ਕੇ ਦੁਰਾੜੇ ਤੱਕਣਾ ਚੋਜੀ ਸਤਿਗੁਰੂ ਨਾਨਕ ਖੜੇ ਕਿਸ ਪਿਆਰ ਤੇ ਕੋਮਲਤਾ ਭਰੀ ਦ੍ਰਿਸ਼ਟੀ ਨਾਲ। ਹਾਂ ਜੀ, ਸਾਡੇ ਨੈਣਾ ਵਾਲੇ ਗੁਰੂ ਨਾਨਕ ਲਹਿਣਾ ਜੀ ਵੱਲ ਟੱਕ ਬੰਨੀ ਦੇਖ ਰਹੇ ਹਨ ਅਤੇ ਅਕਲਾਂ ਵਿੱਚ, ਸੋਚਾਂ ਵਿੱਚ, ਵਹਿਮਾਂ ਵਿੱਚ, ਲਿਵ ਤੋਂ ਛੁਟਕੀ ਤ੍ਰਿਸ਼ਨਾ ਵਿੱਚ ਬਲਹੀਨ ਹੋਈ ਦ੍ਰਿਸ਼ਟੀ ਨੂੰ ਦਿਖਾ ਰਹੇ ਹਨ ਕਿ ਪਰਮੇਸ਼ਰ ਵਿਸ਼ਵੰਬਰ ਹੈ, ਵਾਹਿਗੁਰੂ ਰਾਜਕ ਹੈ। ਯਕੀਨ ਲਿਆਓ ਬੰਦਿਓ ਕਿ ਰੱਬ ਰਾਜ਼ਕ ਹੈ, ਗੁਰੂ ਨਾਨਕ ਦਾ ਰੱਬ ਰੋਜ਼ੀ ਦੇਹਿੰਦ ਹੈ। ਹਾਂ ਬੰਦਿਓ, ਯਕੀਨ ਲਿਆਓ ਇਸ ਰੱਬ ਉੱਤੇ। ਇਸ ਗੱਲ ਦਾ ਪ੍ਰਤੱਖ ਸਬੂਤ ਦੇਣ ਲਈ ਗੁਰੂ ਚੇਲਾ ਪ੍ਰਤੱਖ ਕਰਕੇ ਦਿਖਾ ਰਹੇ ਹਨ। ਗੁਰੂ ਨਾਨਕ ਨੇ ਜੋ ਕਿਹਾ ਸੋ ਕਰਕੇ ਦਿਖਾਇਆ। ਇਹ ਗੁਰੂ ਨਾਨਕ ਦੀ ਸਭ ਤੋਂ ਉੱਚੀ ਵਡਿਆਈ ਹੈ। ਨਾ ਰਿਜਕ ਦਸਤ ਆ ਕਸੇ, ਹਮਾਰਾ ਏਕ ਆਸ ਵਸੇ, ਅਸਤ ਏਕ ਦਿਗਰ ਕੋਈ, ਏਕ ਤੁਈ ਏਕ ਤੁਈ। ਮਹੱਲਾ ਪਹਿਲਾ। ਪਰੰਦ ਏ ਨਾ ਗਿਰਾ ਜਰ, ਦਰਖਤ ਆਬ ਆਸ ਕਰ, ਦੇਹੰਦ ਸੂਈ, ਏਕ ਤੁਈ ਏਕ ਤੁਈ। ਮਹੱਲਾ ਪਹਿਲਾ। ਨਾਨਕ ਲਿਲਾਰ ਲਿਖਿਆ ਸੋਏ, ਮੇਟ ਨਾ ਸਾਕੇ ਕੋਏ, ਕਲਾ ਤਰੇ ਹਿਰੇ ਸੂਈ, ਏਕ ਤੁਈ ਏਕ ਤੁਈ। ਇਹ ਧਨ ਗੁਰੂ ਨਾਨਕ ਦੇ ਹਿਰਦੇ ਤੋਂ ਉੱਠੀ ਤੇ ਲਹਿਣਾ ਜੀ ਇਸ਼ਾਰਾ ਸਮਝ ਕੇ ਹੇਠਾਂ ਉਤਰੇ। ਅੱਜ ਲਹਿਣਾ ਜੀ ਨੇ ਆਪਣੇ ਵਿੱਚ ਉਸ ਸ਼ਕਤੀ ਦਾ ਪ੍ਰਵੇਸ਼ ਅਨੁਭਵ ਕੀਤਾ ਜੋ ਕਿ ਸਾਈਂ ਵੱਲੋਂ ਗੁਰੂ ਵਿੱਚ ਹੁਕਮ ਵਾਂਗੂ ਵਸਦੀ ਹੈ। ਗੁਰੂ ਨਾਨਕ ਦੇਵ ਜੀ ਨੇ ਜਪ ਨਿਸ਼ਾਨ ਵਿੱਚ ਲਿਖਿਆ ਹੈ, ਕਰਮ ਖੰਡ ਕੀ ਬਾਣੀ ਜੋਰ। ਜਦੋਂ ਸੁਰਤ ਰੱਬ ਦੇ ਫਜ਼ਲ ਦੇ ਮੰਡਲ ਵਿੱਚ ਆਉਂਦੀ ਹੈ ਤਾਂ ਆਤਮ ਬਲ ਉਦੇ ਹੁੰਦਾ ਹੈ। ਇਹ ਦਰਜਾ ਢੈਣ ਨਿਤਾਣੇ ਹੋਣ ਤੇ ਨਿਕੰਮੇ ਹੋ ਜਾਣ ਦਾ ਨਹੀਂ। ਜਦ ਸਾਈਂ ਨੇ ਫਜ਼ਲ ਵਿੱਚ ਲੈ ਲਿਆ ਤਾਂ ਜ਼ੋਰ ਬਲ ਹੋ ਆਇਆ। ਫਜ਼ਲ ਵਿੱਚ ਆਏ ਲੋਕ ਆਤਮ ਸੂਰਮੇ ਹੁੰਦੇ ਹਨ। ਸੋ ਅੱਜ ਲਹਿਣਾ ਜੀ ਸਿੱਖੀ ਰਸਤੇ ਟੁਰਦੇ ਫਜ਼ਲ ਕਰਮ ਦੇ ਖੰਡ ਵਿੱਚ ਆਏ। ਅੱਜ ਜੋਧ ਮਹਾਬਲੀ ਸੂਰ ਹੋ ਗਏ। ਉਹਨਾਂ ਵਿੱਚ ਉਹ ਵਾਹਿਗੁਰੂ ਜਿਸ ਨੇ ਫਜ਼ਲ ਕੀਤਾ ਹੈ, ਮੰਦਰ ਬਣਾ ਕੇ ਵਸਦਾ ਹੈ। ਉਹਨਾਂ ਵਿੱਚ ਅਪਾਰ ਸੁੰਦਰਤਾ ਵਸਦੀ ਹੈ।
ਅੱਜ ਸੁੰਦਰ ਰਾਮ ਨਿਵਾਸੀ ਜੋਧ ਮਹਾਬਲ ਸੂਰੇ ਲਹਿਣਾ ਜੀ ਸਿੱਖੀ ਦੀਆਂ ਮੰਜ਼ਲਾਂ ਤੈਅ ਕਰਕੇ ਉੱਚੀ ਅਟਾਰੀ ਵਿੱਚ ਪੁੱਜ ਗਏ ਹਨ। ਸਿਪਾਹੀ ਆਪਣੇ ਸੈਨਾਪਤੀ ਦਾ ਹੁਕਮ ਮੰਦਾ ਸੈਨਾਪਤੀ ਵੱਲੋਂ ਮਿਹਰ ਨਾਲ ਡਿੱਠਾ ਗਿਆ ਹੈ ਤੇ ਜਿਸ ਦਿਨ ਸੈਨਾਪਤੀ ਨੇ ਆਪਣੇ ਘਾਲੀ ਸਿਪਾਹੀ ਵੱਲ ਮਿਹਰਾਮਤ ਦੀ ਨਜ਼ਰ ਡਿੱਠੀ, ਉਹ ਸਾਰੀ ਸੈਨਾ ਵਿੱਚ ਬਲਵਾਨ ਹੋ ਗਿਆ। ਸਾਰੇ ਉਸ ਦਾ ਸਨਮਾਨ ਕਰਦੇ ਹਨ। ਸਤਿਗੁਰੂ ਨਾਨਕ ਨੇ ਕੋਈ ਗੱਲ ਨਹੀਂ ਆਖੀ ਜੋ ਆਪ ਕਰਕੇ ਪਹਿਲਾਂ ਪਰਖੀ ਨਹੀਂ। ਜੇ ਸਿੱਖਾਂ ਨੂੰ ਹਠ ਯੋਗ ਦੇ ਔਗੁਣ ਦੱਸੇ ਤਾਂ ਆਪ ਹਠ ਯੋਗ ਕਰਕੇ ਦੱਸੇ। ਕਰੜੇ ਤਪੀਆਂ ਨੂੰ ਤਪ ਦੇ ਤਮੋ ਗੁਣੀ ਦੋਸ਼ ਦਿਖਾਏ ਤਾਂ ਆਪ ਤਪ ਕਮਾ ਕੇ। ਜੇ ਕਦੇ ਉੱਪਰਲੀ ਸਾਖੀ ਵਾਂਗੂ ਕੋਈ ਕ੍ਰਿਸ਼ਮਾ ਦੱਸਿਆ ਤਾਂ ਹੁਕਮ ਵਿੱਚ ਤੇ ਪਰਉਪਕਾਰ ਵਿੱਚ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸ਼ਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।